ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਇੱਕ ਹੋਰ ਬੜੇ ਗੰਭੀਰ ਮੁੱਦੇ ਤੇ ਚਰਚਾ ਕਰਾਂਗੇ। ਇਹ ਮੁੱਦਾ ਪਹਿਲਾਂ ਵੀ ਜਦੋਂ ਸੂਬੇ ਅੰਦਰ ਚੋਣਾਂ ਆਈਆਂ ਇਹ ਮੁੱਦੇ ਨੂੰ ਸਟੇਜਾਂ ਤੇ ਪੁਣਾਇਆ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਸਰਕਾਰਾਂ ਵੀ ਬਣੀਆਂ। ਹੁਣ ਫਿਰ ਇਹ ਮੁੱਦਾ ਸਿਆਸੀ ਮੁੱਦਾ ਬਣ ਚੁੱਕਾ ਹੈ ਤੇ ਸਟੇਜਾਂ ਤੇ ਵੀ ਆ ਰਿਹਾ ਤੇ ਸਿਆਸੀ ਜਿਹੜੇ ਹਲਕਿਆਂ ਵਿੱਚ ਜਿੰਨੇ ਸਿਆਸੀ ਨੇਤਾ ਉਹ ਵੀ ਇਹਨੂੰ ਬਣਾ ਰਹੇ ਨੇ। ਗੱਲ ਕਰਾਂਗੇ ਕਾਂਗਰਸ ਦੇ सूबा प्रधान सुनील जाखड़ दी। सुनील जाखड़ ने बीते दिनी अकाली दल ते इल्जाम ला दिता कि 2007 विच जे अकाली सरकार ने डेरा मुखी ने स्वांग रचिया सी, गुरु जी की पोशाक पाई सी, जे उत्ते कार्रवाई सही तरीके नाल हुंदी ते शायद 2015 विच दर्दनाक घटनावां ना हुंदियां। उन्होंने कहा भी आपे ही परचा दर्ज किया तो फिर गंढ तुप करके वो खारिज भी कर दिता गया, जाने कि कोई कार्रवाई नहीं की। नाल ही उन्होंने कहता भी हमेशा ही अकाली दल सियासी लाहा लैन लई अपने सौदेबाजी करता, खास करके उन्होंने सौदा दल भी ना दे दिता। 11 मई तो लैके 13 मई के ताईं 3 दिन जिहड़ा सीगा सलाबतपुर के अंदर एक प्रोग्राम चलिया ਜਿਹਦੇ ਵਿੱਚ ਉਹਨਾਂ ਨੇ ਜਾ ਕੇ ਡੇਰੇ ਮੁਖੀ ਨੇ ਗੁਰੂ ਸਾਹਿਬ ਦਾ ਸਵਾਂਗ ਰਚਿਆ, ਉਹਨਾਂ ਦੀ ਪੋਸ਼ਾਕ ਪਾਈ ਤੇ ਉੱਥੇ ਅੰਮ੍ਰਿਤ ਛਕਾਉਣ ਦੀ ਤਰਜ਼ ਦੇ ਉੱਤੇ ਜਿਹਨੂੰ ਕਹਿੰਦੇ ਜਾਮੇ ਇਨਸਾਂ ਪਿਆਇਆ ਗਿਆ ਹੀਆਂ। ਉਹਦੇ ਬਾਅਦ ਪੰਜਾਬ ਦੇ ਅੰਦਰ ਦੰਗੇ ਭੜਕਣੇ ਚਾਲੂ ਹੋ ਗਏ। 2012 ਦੇ ਐਮਐਲਏ ਇਲੈਕਸ਼ਨ ਤੋਂ 3 ਦਿਨ ਪਹਿਲਾਂ ਕੀ ਐਫੀਡੇਵਿਟ ਦਿੰਦੀ ਹੈ ਪੰਜਾਬ ਸਰਕਾਰ। ਇੰਸਪੈਕਟਰ ਐਸਐਚਓ ਨੇ ਮੁਕੱਦਮਾ सजा की मिसल नूं डूंघाई नाल जांचिया अते खुफिया तौर पर भी पड़ताल की ते वाकिया वाले दिन मिति 13/5/7 नूं डेरा प्रेमी सच्चा सौदा सिरसा गुरमीत राम रहीम सिंह डेरा सलाबतपुरा विखे आउणा बयान नहीं होए ते ना ही सलाबतपुरा डेरे सच्चा सौदा विच कोई प्रचार की। ते दूजे पासे गल करिए अकाली दल दी, उन्हां दे प्रवक्ता साबका मंत्री चीमा ने भी ये गल कर दी भी कांग्रेस झूठ दा पलंदा, क्योंकि 3.5 साल उन्होंने कुछ कीता नहीं, दिखाण नूं कुछ लभ्या नहीं ते हुण दुबारा मुद्दा जिहड़ा है वो बना रहे ने, गड़े मुर्दे उखाड़ रहे ने। जे इन्ना ही सीगा ते 3.5 साल च तुसीं क्यों चुप रहे, तुसीं कार्रवाई कर दिंदे। फिर जे हुण इलैक्शन ईयर फिर नेड़े आ गया ਤੇ ਤੁਹਾਨੂੰ ਇਹ ਲੱਭਿਆ ਕਿ ਇਹ ਵੀ ਇੱਕ ਐਲੀਗੇਸ਼ਨ ਹੈ ਕਿ 2 ਕਾਗਜ਼ ਜਿਹੜੇ ਹੱਥ ਫੜ ਕੇ ਤੇ ਗੁੰਮਰਾਹਕੁਨ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਜਿਹੜੀ ਕਰ ਦਿਓ ਤੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਫਿਰ ਭੜਕਾ ਦਿਓ ਕਿ ਦੇਖੋ ਕਿੰਨਾ ਵੱਡਾ ਕੇਸ ਸੀ। ਕੇਸ ਦਰਜ ਕਰਨ ਵਾਲੀ ਸਰਕਾਰ ਅਕਾਲੀ ਦਲ, ਉਹਦੇ ਤੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਦੇਣ ਵਾਲੀ ਸਰਕਾਰ ਅਕਾਲੀ ਦਲ, ਜਿਹੜੀ ਲਗਾਤਾਰ ਅਦਾਲਤਾਂ ਦੇ ਵਿੱਚ ਲੜਨ ਵਾਲੀ ਉਸ ਵੇਲੇ ਦੀ ਜਿਹੜੀ ਅਕਾਲੀ ਦਲ ਦੀ ਸਰਕਾਰ ਤੇ ਜਿਹੜਾ ਫਾਈਨਲ ਜੱਜਮੈਂਟ ਹੁੰਦੀ ਹੈ ਉਹ ਕੋਰਟ ਦੀ, ਉਹ ਵੀ ਜਾਖੜ ਸਾਹਿਬ ਨੂੰ ਚੈਲੰਜ ਕਰਨ ਲੱਗ ਗਿਆ। ਹੁਣ ਇਹ ਸਿਆਸੀ ਮਾਮਲਾ ਬਣ ਚੁੱਕਿਆ, ਇਹਦੇ ਤੇ ਆਪਾਂ ਚਰਚਾ ਕਰਾਂਗੇ ਕਿਹਦੀ ਕਾਰਵਾਈ ਬਣਦੀ ਸੀ ਕਿਹਦੀ ਨਹੀਂ ਬਣਦੀ ਸੀ। ਹਾਲਾਂਕਿ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਜੇ ਉੱਤੇ ਦੋਸ਼ੀਆਂ ਤੇ ਕਾਰਵਾਈ ਦੀ ਜੋ ਵੀ ਗੱਲ ਚੱਲ ਰਹੀ ਸੀ, ਪਰ ਅੱਜ ਉਹ ਫਿਰ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਆਰੋਪ ਤੇ ਉਹ ਤਾਂ ਸਲਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਹੁਣ ਦੇਖਣਾ ਹੋਊਗਾ ਕਿ ਬਾਕੀ ਵੋਟਾਂ ਦਾ ਭੁਗਤਾਨ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਹੁੰਦਾ, ਕੀ ਸਿਆਸਤ ਰੰਗ ਲਾਂਦੀ ਆ, ਇਹ ਤੇ ਵੀ ਚਰਚਾ ਕਰਾਂਗੇ। ਦੂਸਰਾ, ਅੱਜ ਪੂਰੇ ਪੰਜਾਬ 'ਚ ਹਰਿਆਣੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨਾਂ ਨੇ ਦੁਆਰਾ ਆਰਡੀਨੈਂਸ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ। ਟਰੈਕਟਰ ਰੈਲੀਆਂ ਹੋਈਆਂ, ਆਮ ਆਦਮੀ ਪਾਰਟੀ ਨੇ ਵੀ ਸਪੋਰਟ ਕੀਤੀ ਆ, ਉੱਤੇ ਵੀ ਗੱਲ ਕਰਾਂਗੇ। ਲੇਕਿਨ ਉਹ 'ਚ ਸੁਖਬੀਰ ਬਾਦਲ ਨੇ ਵੀ ਬਹੁਤ ਵੱਡਾ ਬਿਆਨ ਦੇ ਦਿੱਤਾ। ਉਹ ਕਹਿੰਦੇ ਵੀ ਕਿਸਾਨੀ ਲਈ ਅਸੀਂ, ਸਾਡੇ ਲਈ ਤਾਂ ਜਨਮ ਮੌਤ ਦਾ ਸਵਾਲ ਹੈ ਤੇ ਅਸੀਂ ਕੁਰਬਾਨੀ ਵੀ ਦੇ ਸਕਦੇ ਹਾਂ, ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਹੁਣ ਪੁੱਛਾਂਗੇ ਇੱਥੇ ਨੁਮਾਇੰਦੇ ਬੈਠੇ ਨੇ ਅਕਾਲੀ ਦਲ ਦੇ ਵੀ ਕਿਹੜੀ ਕੁਰਬਾਨੀ ਦੀ ਉਹ ਗੱਲ ਕਰਦੇ ਨੇ। ਜਿਹੜੀ ਗੱਲ ਇੱਕ ਪ੍ਰਚਾਰ ਆਰਡੀਨੈਂਸ ਬਾਰੇ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਦੇ ਉਲਟ ਹੈ, ਮੈਂ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਆ ਪ੍ਰਚਾਰ ਜ਼ਿਆਦਾ ਕਰ ਰਹੇ ਆ। मैं जाखड़ साहब ते कैप्टन साहब ने पूछना चाहना है कि जिहड़ा आर्डीनेंस की गल करते हैं
ਕੈਪਟਨ ਸਾਹਿਬ ਦੀ ਸਰਕਾਰ ਨੇ, ਜਾਖੜ ਸਾਹਿਬ ਤੁਹਾਡੀ ਕਾਂਗਰਸ ਦੀ ਪਾਰਟੀ ਦੀ ਸਰਕਾਰ ਨੇ 3 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆ ਸਾਰੀਆਂ ਚੀਜ਼ਾਂ ਪੰਜਾਬ ਵਿਧਾਨ ਸਭਾ 'ਚ ਐਕਟ ਬਣਾ ਕੇ ਪਾਸ ਕਰ ਦਿੱਤੀਆਂ। ਪਿਛਲੇ 3 ਸਾਲਾਂ 'ਚ ਤੁਸੀਂ ਕਿਉਂ ਨਹੀਂ ਰੌਲਾ ਪਾਇਆ? ਕਿਉਂ ਨਹੀਂ ਕਿਹਾ ਕਿ ਇਹ ਕਿਸਾਨ ਵਿਰੋਧੀ ਹੈ? ਕੈਪਟਨ ਸਾਹਿਬ, ਜੇ ਆਰਡੀਨੈਂਸ ਕਿਸਾਨ ਵਿਰੋਧੀ ਹੈ ਫਿਰ ਤੁਸੀਂ ਕਿਉਂ ਪਾਸ ਕੀਤਾ? ਜਾਖੜ ਸਾਹਿਬ, ਤੁਹਾਡੀ ਮੁੱਖ ਮੰਤਰੀ ਨੇ ਕਿਉਂ ਪਾਸ ਕੀਤਾ? ਇੱਕ ਸ਼ੰਕਾ ਜਾਣ ਕੇ ਇਹਨਾਂ ਨੇ ਗੱਲ ਬੁਲਾਈ ਹੈ ਕਿ ਕਿਸਾਨਾਂ ਦੀ MSP ਬੰਦ ਹੋ ਜੂਗੀ। ਕਿਸਾਨਾਂ ਦੀ ਹੁਣ ਜਨਤਾ ਨੂੰ, ਪੰਜਾਬ ਦੀ ਜਨਤਾ ਨੂੰ ਆਪਣੀਆਂ ਨਾਕਾਮੀਆਂ ਤੋਂ ਲੁਕਾਉਣ ਵਾਸਤੇ ਗਲਤ ਪ੍ਰੋਪਗੈਂਡੇ, ਗਲਤ ਜਗ੍ਹਾ ਤੇ ਗਲਤ ਪ੍ਰਚਾਰ ਕਰਨ ਤੇ ਲੱਗੇ ਹੈ। ਪੰਜਾਬ ਦੀ ਜਨਤਾ ਜਾਣਦੀ ਹੈ ਕਿ ਪੰਜਾਬ ਦੀ ਹਮਦਰਦ ਪਾਰਟੀ ਕੌਣ ਹੈ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਕੌਣ ਹੈ। ਮੈਂ ਅਖੀਰ ਵਿੱਚ ਸਾਰਿਆਂ ਨੂੰ ਫਿਰ ਤੋਂ ਦੱਸਣਾ ਚਾਹੁੰਦਾ ਕਿ ਸਾਡੇ ਵਾਸਤੇ, ਸ਼੍ਰੋਮਣੀ ਅਕਾਲੀ ਦਲ ਵਾਸਤੇ, ਨਾ ਕੋਈ ਸਰਕਾਰ 'ਚ ਮੰਤਰੀਪਨ, ਨਾ ਕੋਈ ਅਲਾਇੰਸ, ਨਾ ਸਾਨੂੰ ਕੋਈ ਵੀ ਪਾਰਟੀ ਜੇ ਪੰਜਾਬੀਆਂ ਦੇ ਹੱਕ ਦੇ ਖਿਲਾਫ ਕੰਮ ਕਰੇਗੀ, ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜਾਂਗੇ। ਤਾਂ ਮੈਂ ਫਿਰ ਤੋਂ ਅਪੀਲ ਕਰਦਾ ਕਿ ਇਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ 'ਚ ਆਪਾਂ ਨਾ ਆਈਏ। ਤੁਸੀਂ ਗੱਲ ਸੁਣੀ ਲੀਡਰਾਂ ਦੀ, ਹੁਣ ਮੰਚ ਤੇ ਮੈਂ ਰੂਬਰੂ ਕਰਾ ਦੇਵਾਂ ਤੁਹਾਨੂੰ ਪੈਨਲ ਦੇ। ਸਭ ਤੋਂ ਪਹਿਲਾਂ ਜਗਰੂਪ ਹਸਨਪੁਰੀ ਜੀ, ਕਾਂਗਰਸ ਦੇ ਸੀਨੀਅਰ ਆਗੂ ਨੇ, ਬਹੁਤ ਬਹੁਤ ਸਵਾਗਤ ਹੈ ਜੀ। ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਕਮਲਜੀਤ ਸਿੰਘ ਢਿੱਲੋਂ ਜੀ, ਮੀਤ ਪ੍ਰਧਾਨ ਨੇ, ਬਹੁਤ ਬਹੁਤ ਸਵਾਗਤ ਹੈ ਜੀ। ਤੀਸਰਾ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਦੇ ਆਤਮ ਨਗਰ ਹਲਕਾ ਦੇ ਇੰਚਾਰਜ ਨੇ ਰਵਿੰਦਰਪਾਲ ਸਿੰਘ ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਢਿੱਲੋਂ ਸਾਹਿਬ, ਤੁਹਾਡਾ ਹੀ ਸਵਾਲ ਹੈ, ਤੁਸੀਂ ਦੇਖਿਆ ਹੋਣਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੀ ਕਿਹਾ, ਸੁਣ ਵੀ ਲਿਆ ਹੋਣਾ ਤੇ ਅਖਬਾਰਾਂ 'ਚ ਵੀ ਉਹਨਾਂ ਦੀ ਸੁਰਖੀਆਂ ਆਈਆਂ ਹੋਈਆਂ। ਕੀ ਕਹਿਣਾ ਚਾਹੋਗੇ ਕਿ ਵਾਕਈ ਤੁਹਾਨੂੰ ਕਾਰਵਾਈ ਉਦੋਂ ਕਿਉਂ ਪਰਚਾ ਦਰਜ ਕਰਕੇ ਕਿਉਂ ਖਾਰਜ ਕੀਤਾ ਗਿਆ? ਕੀ ਕਹਿਣਾ ਚਾਹੋਗੇ? ਮੇਰਾ ਸਾਹਿਬ, ਜਦੋਂ ਇਹ ਜੋ ਜਾਮੇ ਇਨਸਾਫ ਵਾਲਾ ਹੋ ਜਾਂ ਕੋਈ ਕਾਂਡ ਹੋਇਆ ਜੀ, ਅਸੀਂ ਅਕਾਲੀ ਦਲ ਪੰਥਕ ਪਾਰਟੀ ਹੈ ਜੀ, ਅਸੀਂ ਪਹਿਲਾਂ ਹੀ ਸਾਡੇ ਜਿਹੜੇ ਗੁਰੂ ਸਾਹਿਬਾਂ ਦੀ ਇਹੋ ਜਿਹੀ ਕੋਈ ਬੇਅਦਬੀ ਜਾਂ ਇਹੋ ਜਿਹੀ ਹਰਕਤ ਕਰਦਾ, ਅਸੀਂ ਉਹਦੇ ਖਿਲਾਫ ਹਾਂ ਜੀ। ਸਾਡੀ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉੱਥੇ ਡੇਰਾ ਸਾਹਿਬ ਤੇ ਪਰਚਾ ਦਰਜ ਕਰਕੇ ਇਨਕੁਆਇਰੀ ਗਠਨ ਕਰਤੀ ਸੀ ਜੀ, ਉਹਦਾ ਵੀ ਚੱਲਦੀ ਰਹੀ ਜੀ। ਇਲੈਕਸ਼ਨ ਨਜ਼ਦੀਕ ਸੀਗੇ, ਚਲੋ ਉਹ ਕੁਛ ਕਾਰਨਾਂ ਕਰਕੇ ਵਿੱਚ ਰਹਿ ਗਈ। ਜੇ ਅੱਜ ਆਪਾਂ ਜਾਖੜ ਸਾਹਿਬ ਦੀ ਗੱਲ ਕਰੀਏ, ਸਾਡੇ ਤੇ ਜਿਹੜੀ ਐਲੀਗੇਸ਼ਨ ਚੱਕਣ ਨਾਲੋਂ ਪਹਿਲਾਂ ਤਾਂ ਜਾਖੜ ਸਾਹਿਬ ਆਪ ਦੇਖਣ ਕਿ ਵੀ ਉਹਨਾਂ ਦੇ ਉਸ ਡੇਰਾ ਸਾਹਿਬ ਨਾਲ ਕਿੰਨੇ ਵਧੀਆ ਤਾਲੁਕ ਨੇ। ਉਹ ਮੈਂ ਤੁਹਾਨੂੰ ਅੱਗੇ ਵੀ ਫੋਟੋਆਂ ਦਿਖਾਇਆ ਵੀ ਆਪ ਇਹ ਜਾ ਕੇ ਪੂਰੇ ਕਾਂਗਰਸ ਪਾਰਟੀ ਦੇ ਕਿਹੜਾ ਲੀਡਰ ਨਹੀਂ ਉੱਥੇ ਜਾਂਦਾ ਡੇਰਾ ਸਾਹਿਬ ਦੇ ਵਿੱਚ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਰਾਣੀ ਪ੍ਰਨੀਤ ਕੌਰ ਹੋਵੇ, ਚਾਹੇ ਭੱਠਲ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਵੇ, ਚਾਹੇ ਸੁਨੀਲ ਜਾਖੜ ਹੋਵੇ, ਇਹ ਸਾਰੇ ਜਾ ਕੇ ਉੱਥੇ ਆਪ ਮੱਥਾ ਟੇਕਦੇ, ਸਾਨੂੰ ਇਹ ਗੱਲਾਂ ਕਰਦੇ ਨੇ। ਜਿਹੜਾ ਬਰਗਾੜੀ ਦਾ ਮੁੱਦਾ ਮੱਥਾ ਟੇਕਣਾ ਤੇ ਕੋਈ ਜਿਹੜੇ ਗਲਤ ਕੰਮ ਤੇ ਉੱਤੇ ਪਰਚਾ ਕਰਨਾ, ਉੱਤੇ ਦੋਸ਼ੀ ਠਹਿਰਾਣਾ, ਉਹ ਅਲੱਗ ਗੱਲ ਨਹੀਂ ਹੋ ਸਕਦੀ। ਮੇਰਾ ਸਾਹਿਬ, ਮੈਂ ਦੋਸ਼ੀ ਠਹਿਰਾਉਣ ਦੀ ਗੱਲ ਨਹੀਂ ਕਰਦਾ ਵਾਂ। ਜਿਹੜੇ ਬਰਗਾੜੀ, ਜੇ ਉਸ ਉੱਥੇ ਕੋਈ ਗਲਤ ਹੋਇਆ ਤਾਂ ਉੱਥੇ ਤੁਰੰਤ ਐਕਸ਼ਨ ਅਕਾਲੀ ਦਲ ਵੱਲੋਂ ਲਿੱਤਾ ਗਿਆ। ਜੇ ਬਰਗਾੜੀ ਵੀ ਕੋਈ ਇਹੋ ਜਿਹਾ ਹੋਇਆ, ਉੱਤੇ ਵੀ ਐਕਸ਼ਨ ਅਕਾਲੀ ਦਲ ਨੇ SIT ਬਣਾ ਕੇ ਜਾਂ ਸਾਰਾ ਅਸੀਂ ਕੀਤਾ। ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ, ਮੇਰਾ ਸਾਹਿਬ ਦੇਖੋ, ਤੁਸੀਂ 3.5 ਸਾਲੇ ਸਰਕਾਰ ਨੂੰ ਬੀਤ ਗਏ ਆ। ਇਹ ਤਾਂ ਇੱਕ ਭੜਕਾਉਣ ਦੀ ਗੱਲ ਹੈ ਵੀ ਆ ਕੇ ਮੁੱਦਿਆਂ ਤੋਂ ਭੜਕਾਉਣ ਦੀ ਗੱਲ ਹੈ। ਜੋ ਵਾਅਦੇ ਆ 2017 ਦੇ ਵਿੱਚ ਕਰਕੇ ਇਹਨਾਂ ਚੋਣ ਮੈਨੀਫੈਸਟੋ ਸੀ ਪੰਜਾਬ ਦਾ, ਵੀ ਅਸੀਂ ਕਰਕੇ ਆਏ ਹੋਏ ਆ। ਜੋ ਇਹ ਵਾਅਦੇ ਕੀਤੇ ਸੀ, ਚਾਹੇ ਕਿਸਾਨੀ ਲਈ ਸੀ, ਚਾਹੇ ਬੇਰੁਜ਼ਗਾਰੀ ਲਈ, ਚਾਹੇ ਸ਼ਗਨ ਸਕੀਮ ਲਈ ਸੀ, ਚਾਹੇ ਫ੍ਰੀ ਘਰ ਦੇਣ ਲਈ ਸੀ, ਜੋ ਝੂਠ ਬੋਲ ਕੇ ਮੁੰਡਿਆਂ ਨੂੰ ਮੋਬਾਈਲ ਫੋਨ ਦੇਣ ਦੀ ਗੱਲ ਸੀ, ਨੌਜਵਾਨੀ ਨੂੰ ਡਾਟਾ ਦੇਣ ਦੀ ਗੱਲ ਸੀ, ਉਹ ਅੱਜ ਮੁੱਦਿਆਂ ਨੂੰ ਇੱਕ ਪਰੇ ਰੱਖ ਕੇ ਇਹ ਫਿਰ ਪੰਜਾਬ ਦਾ ਲੋਕਾਂ ਦਾ ਧਿਆਨ ਇਹ ਬਰਗਾੜੀ ਵੱਲ ਲਿਜਾ ਕੇ ਉਧਰ ਲਿਜਾ ਕੇ ਇਸ ਚੀਜ਼ ਤੇ ਰਾਜਨੀਤੀ ਖੇਡ ਕੇ ਦੁਬਾਰਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਤਾਂ ਪਹਿਲੇ ਹੀ ਕਹਿੰਦੇ ਆ ਕਿ ਜਿਹੜਾ ਇਸ ਚੀਜ਼ ਤੇ ਰਾਜਨੀਤੀ ਕਰਦਾ ਉਹਦਾ ਕੱਖ ਨਾ ਰਹੇ, ਜਿਹਨੇ ਕਰਾਇਆ ਉਹਦਾ ਕੱਖ ਨਾ ਰਹੇ। ਸਾਡੇ ਦਾ ਸਪਸ਼ਟ ਕਹਿਣਾ, ਅਸੀਂ ਤਾਂ ਕਹਿੰਦੇ ਇਹਦੀ ਉੱਚ ਪੱਧਰੀ ਜਾਂਚ ਜਿਹੜੀ ਚੱਲ ਰਹੀ ਆ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ, ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਪੁੱਛ ਲੈਣ। ਹਾਂਜੀ ਜਗਰੂਪ ਜੀ, ਕੀ ਕਹਿਣਾ ਚਾਹੋਗੇ? ਤੁਹਾਡੀ ਟਿੱਪਣੀ। ਦੇਖੋ ਜੀ, ਮੈਂ ਗੱਲ ਤੁਹਾਨੂੰ ਸਾਫ਼ ਕਰਨੀ ਚਾਹੁੰਦਾ ਜੀ। ਪਹਿਲਾਂ ਸਾਡੇ ਵੀਰ ਜੀ ਗੱਲ ਕਰ ਰਹੇ ਸੀਗੇ ਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਆ ਜੀ। ਮੈਂ ਇੱਥੇ ਹੀ ਇਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਜੀ ਕਿ ਅਕਾਲੀ ਦਲ ਕਦੇ ਪੰਥਕ ਪਾਰਟੀ ਹੋਇਆ ਕਰਦਾ ਸੀਗਾ। 2012 ਦੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਜੋ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ ਸੁਖਬੀਰ ਬਾਦਲ ਜੀ, ਉਹਨਾਂ ਨੇ ਇਸ ਅਕਾਲੀ ਦਲ ਨੂੰ ਹੀ ਇੱਕ ਪੰਜਾਬੀ ਪਾਰਟੀ ਐਲਾਨਿਆ ਸੀਗਾ। ਉਸ ਚੀਜ਼ ਨੂੰ ਯਾਦ ਰੱਖਿਓ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਦੇਖੋ, ਜੋ ਇਹਨਾਂ ਦੀ ਮਜਬੂਰੀ ਸੀ,
ਇਹਨਾਂ ਨੇ ਇੱਕ ਬਠਿੰਡਾ ਸੀਟ ਅਤੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਸਾਰੇ ਸਿੱਖੀ ਸਿਧਾਂਤਾਂ ਨੂੰ ਅਤੇ ਅਕਾਲੀ ਦਲ ਦੇ ਉਹ ਸਿਧਾਂਤ ਸੀਗੇ ਆਪਾਂ ਕਹਿੰਦੇ ਉਹਨੂੰ ਛਿੱਕੇ ਟੰਗਤਾ ਕਿਉਂਕਿ 2007 ਦੇ ਵਿੱਚ ਇਹ ਜੋ ਸਵਾਂਗ ਰਚਣ ਦਾ ਜੋ ਉਹਨਾਂ ਨੇ ਗੁਰੂ ਮਹਾਰਾਜ ਦਾ ਆਪਾਂ ਕਹਿ ਲਈਏ ਉਹਨਾਂ ਨੇ ਉਸੇ ਤਰ੍ਹਾਂ ਹੀ ਸਾਰਾ ਉਹ ਮਾਹੌਲ ਬਣਾ ਕੇ ਉਹਨੇ ਜਾਮ ਹਿੰਸਾ ਦਾ ਜੋ ਕਾਂਡ ਵਾਪਰਿਆ 2007 ਦੀ ਗੱਲ ਆ 2009 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਸੀ ਤੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਨੂੰ ਇਹ ਗੱਲ ਕਲੀਅਰ ਤੇ ਪਤਾ ਸੀਗਾ ਕਿ ਬਠਿੰਡਾ ਸੀਟ ਦੇ ਉੱਤੇ ਉਹਨਾਂ ਨੇ ਇਲੈਕਸ਼ਨ ਲੜਨੀ ਆ ਤੇ ਬਠਿੰਡੇ ਦੇ ਵਿੱਚ ਡੇਰੇ ਦਾ ਪ੍ਰਭਾਵ ਕਿਸੇ ਤੋਂ ਅੱਖੇ ਪਰੋਖੇ ਨਹੀਂ ਹੈਗਾ, ਅੱਖੋਂ ਪਰੋਖੇ ਨਹੀਂ ਹੈਗਾ ਤੇ ਉਸ ਚੀਜ਼ ਨੂੰ ਦੇਖਦੇ ਹੋਇਆ ਇਹਨਾਂ ਨੇ ਸਿਰਫ ਵੋਟਾਂ ਕਰਕੇ ਅਤੇ ਆਪਦੀ ਜੋ ਸਿਆਸਤ ਨੂੰ ਮੁੱਖ ਰੱਖ ਕੇ ਇਹਨਾਂ ਨੇ ਜੋ ਸਮਝੌਤੇ ਕੀਤੇ ਬੈਠ ਕੇ ਪਹਿਲਾ ਉਹ ਮੁੱਦਾ ਭਖਾਇਆ ਤੇ ਅੱਜ ਤਾਂ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਵਿਸਾਖ ਦੇ ਵਿੱਚ ਹੱਥ ਕਿਹਦਾ ਸੀਗਾ। ਦੇਖੋ ਇਹ ਗੱਲਾਂ ਵੀ ਅੱਜ ਆ ਰਹੀਆਂ ਨੇ ਨਿਕਲ ਕੇ ਸਾਹਮਣੇ ਤੇ ਉਸ ਤੋਂ ਬਾਅਦ 2012 ਦੀ ਇਲੈਕਸ਼ਨ ਤੋਂ ਅਸੀਂ ਕਾਂਗਰਸ ਪਾਰਟੀ ਤੋਂ ਨਹੀਂ ਚਾਹੁੰਦੇ, ਸਾਨੂੰ ਪੱਥਰ ਪਾਰਟੀ ਸਾਡੀ ਸੁਖਬੀਰ ਬਾਦਲ ਨੇ ਤੁਸੀਂ ਸਾਨੂੰ ਸਾਡੀ ਪੰਥਕ ਪਾਰਟੀ ਦਾ ਅਸੀਂ ਕਾਂਗਰਸ ਪਾਰਟੀ ਕੋ ਪੰਥਕ ਹੁੰਦਾ ਸਾਡੀ ਪਾਰਟੀ ਲੈਣਾ ਚਾਹੁੰਦੇ ਜਿਹੜੀ ਸਿੱਖਾਂ ਦੀ ਦੁਸ਼ਮਣ ਹੋਵੇ, ਜਿਹੜੀ ਸਿੱਖਾਂ ਦੀ ਦੁਸ਼ਮਣ ਪਾਰਟੀ ਹੋਵੇ। ਸੁਣ ਲਓ ਬਾਅਦ ਸਾਨੂੰ ਸਾਡੇ ਲੈਣ ਦੀ ਲੋੜ ਆਂਦੇ ਆਨਾ ਤੁਹਾਡੇ ਕੋਲ ਅਸੀਂ ਗੱਲ ਕਰ ਰਹੇ ਹਾਂ ਤੁਹਾਡਾ ਪ੍ਰਧਾਨ ਧਾਰਮਿਕ ਪਾਰਟੀ ਤੁਹਾਡਾ ਖੁਦ ਦਾ ਪ੍ਰਧਾਨ ਉਹਦਾ ਆ ਜਾ ਮੈਂ ਇੱਕ ਮਿੰਟ ਆ ਰਿਹਾ ਚਲੋ ਤੋਂ ਆ ਰਿਹਾ ਸਿਧਾਂਤਾਂ ਨੂੰ ਇਹਨਾਂ ਨੇ ਭਰੇ ਰੱਖ ਕੇ ਇੱਕ ਸੱਤਾ ਨੂੰ ਤੇ ਆਪਦੀਆਂ ਜੋ ਵਜ਼ੀਰੀਆਂ ਨੂੰ ਅੱਗੇ ਕਰਕੇ ਰੱਖ ਲਿਆ ਇਹਨਾਂ ਨੇ ਜੋ ਕੁਝ ਹੋਇਆ ਪੂਰੀ ਦੁਨੀਆ ਦੇ ਸਾਹਮਣੇ ਆ ਤੇ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਕੁਝ ਕੁ ਸਮਾਂ ਸਬਰ ਕਰੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਹੋ ਜਾਣਾ। ਮੈਂ ਆਮ ਆਦਮੀ ਪਾਰਟੀ ਨੂੰ ਸ਼ਾਮਲ ਕਰਨਾ। ਹਾਂਜੀ ਪਾਲੀ ਸਾਹਿਬ ਕੀ ਕਹਿਣਾ ਚਾਹੋਗੇ, ਤੁਹਾਡੀ ਟਿੱਪਣੀ। ਮੇਰਾ ਸਾਹਿਬ ਗੱਲ ਇਹ ਆ ਜੀ ਮੈਂ ਨਾ ਦੋਨਾਂ ਪਾਰਟੀ ਦੇ ਦਬਾਅ ਨਹੀਂ ਕਰਦਾ। ਅੱਛਾ ਜੀ। ਇਹ ਜਦੋਂ ਮੁੱਦਾ ਉੱਠਿਆ ਵਾ ਜੀ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵੀ ਰਹੀ ਆ ਜੀ ਜਿਵੇਂ ਕਹਿ ਰਹੇ ਨੇ ਢਿੱਲੋਂ ਸਾਹਿਬ ਵੀ ਅਸੀਂ ਪਰਚੇ ਦਰਜ ਕੀਤੇ ਜੀ ਕਿ ਇਹਨਾਂ ਨੇ ਉਹ ਪਰਚੇ ਦੇ ਜਿਹੜੇ ਹੋਏ ਆ ਜਦੋਂ ਉੱਥੇ ਗੋਲੀकांड ਹੋਇਆ ਇਹ ਚ ਸ਼ਾਂਤਮਈ ਬੰਦੇ ਬੈਠੇ ਸੀ ਜਿਹੜੇ ਸੰਗਤ ਬੈਠੀ ਸੀ ਜਿਹੜੀ ਪਾਠ ਪੂਜਾ ਕਰ ਰਹੇ ਸੀ ਔਰ ਇਨਸਾਫ ਦੀ ਮੰਗ ਕਰ ਰਹੇ ਸੀ ਜੀ ਉੱਥੇ ਕਦੇ ਦੁਨੀਆ ਤੁਸੀਂ ਵੀ ਸੁਣਿਆ ਵੀ ਅਣਪਛਾਤੀ ਕੋਈ ਪੁਲਿਸ ਆਈ ਤੇ ਗੋਲੀ ਚੱਲਾ ਕੇ ਚਲੀ ਗਈ। ਇਹ ਬੜਾ ਵੱਡਾ ਸਵਾਲ ਹੈ, ਇਹਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਮੈਂ ਇਹ ਗੱਲ ਹਮੇਸ਼ਾ ਹੀ ਕਹਿਣਾ ਵੀ ਕਾਂਗਰਸ ਤੇ ਅਕਾਲੀ ਇੱਕੋ ਸਿੱਕੇ ਦੇ ਦੋ ਪਹਿਲੂ ਦੋਨੇ ਪਾਸੇ। ਨਹੀਂ ਮੈਂ ਸਿਆਸੀ ਜਵਾਬ ਨਹੀਂ ਚਾਹੁੰਦਾ, ਚਲੋ ਸਿਆਸੀ ਤੋਂ ਤੁਹਾਡੀ ਪਾਰਟੀ ਸਿਆਸਤ ਦਾ ਅਲੱਗ ਹੋ, ਸਿਆਸੀ ਜਿਹੜੀ ਸਹੀ ਜਵਾਬ ਕੀ ਹੋਣਾ ਚਾਹੀਦਾ? ਸਹੀ ਜਵਾਬ ਇਹੀ ਹੈ ਜੀ ਵੀ ਕੈਪਟਨ ਸਾਹਿਬ ਨੇ 3.5 ਸਾਲ 'ਚ ਕੰਮ ਨਹੀਂ ਕੀਤਾ ਜੀ ਜਿਹੜਾ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ। ਠੀਕ ਹੈ। ਹੁਣ ਇਹ ਗੱਲ ਮਿਲੀ ਭੁਗਤ ਸਾਬਤ ਹੁੰਦੀ ਹੈ ਵੀ ਸੁਖਬੀਰ ਬਾਦਲ ਤੇ ਕੈਪਟਨ ਸਾਹਿਬ ਦੀ ਆਪਸ ਵਿੱਚ ਮਿਲੀ ਭੁਗਤ ਆ ਕਿਵੇਂ ਸਾਹਮਣੇ ਆ। ਦੱਸੋ। ਉਹਦਾ ਪ੍ਰਧਾਨ ਕਹਿ ਰਿਹਾ ਵੀ ਆਹ ਕਹਾਣੀ ਹੈ ਜੀ ਹੁਣ ਨਵੀਂ ਕਹਾਣੀ ਜਿਹੜੀ ਬਣਾਈ ਉਹਨਾਂ ਨੇ ਜੀ ਸੁਨੀਲ ਜਾਖੜ ਜੀ ਨੇ ਉਹਨਾਂ ਨੇ ਕਿਹਾ ਵੀ ਆਹ ਇਹ ਸਾਰੀ ਜਿਹੜੀ ਆ ਇਹ ਇਹਨਾਂ ਨੇ ਸੁਖਬੀਰ ਬਾਦਲ ਦੀ ਹੈ ਤੇ ਕੈਪਟਨ ਸਾਹਿਬ ਨੇ 3.5 ਸਾਲ ਕੀ ਕੀਤਾ, ਕਿਉਂ ਨਹੀਂ ਕੀਤਾ ਇਹ ਕੰਮ। ਕੈਪਟਨ ਸਾਹਿਬ ਨੂੰ ਪਤਾ ਸੀ ਤੇ ਸੁਖਬੀਰ ਬਾਦਲ ਜੀ ਜਿਹੜੇ 2 ਸਾਲ ਤੋਂ ਬਾਅਦ ਸਰਕਾਰ 'ਚ ਰਹੇ ਆ ਇਹਨਾਂ ਨੇ ਕਿ ਢਿੱਲੋਂ ਸਾਹਿਬ ਦੇ ਪਰਚੇ ਦਰਜ ਰਹੇ ਉਦੋਂ ਵੀ ਕੁਝ ਨਹੀਂ ਹੋਇਆ ਕੰਮ। ਔਰ ਗੱਲ ਉਲਝਦੀ ਇਹੋ ਜਿਹੀ ਉਲਝਾਤੀ ਇਹਨਾਂ ਨੇ ਹੁਣ ਇੱਕ ਦੂਜੇ ਦੇ ਇਲਜ਼ਾਮਬਾਜ਼ੀ ਹੋ ਰਹੀ ਆ। ਸਹੀ ਮਸਲੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਹੈਗਾ ਜਦ ਕਿ ਕਲੀਅਰ ਗੱਲਾਂ ਹੋਈਆਂ 267 ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਇਆ ਉਦੋਂ ਉਹ ਚੋਰੀ ਦੀ ਰਿਪੋਰਟ ਕਿੱਥੇ ਹੈ? ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਕਿਸੇ ਦੀ। ਔਰ ਉਸ 267 ਸਰੂਪਾਂ ਦੀ ਉਦੋਂ ਬੇਅਦਬੀ ਜਿਹੜੀ ਹੋਈ ਹੈ ਉਸ ਬਾਦਲ ਸਾਹਿਬ ਦੇ ਰਾਜ 'ਚ ਹੋਈ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਅਜੇ ਤੱਕ ਨਹੀਂ ਕੀਤੀ ਗਈ। ਸੋ ਇਹ ਮਿਲੀ ਭੁਗਤ ਨਾਲ ਸਾਰੇ ਕੰਮ ਹੁੰਦੇ ਵੇ, ਹੋਰ ਇਹ 'ਚ ਕੁਝ ਨਹੀਂ ਹੈਗਾ। ਇਹਨਾਂ ਨੇ ਇਹ ਕੰਮ ਕਰਨਾ ਹੀ ਨਹੀਂ। ਇਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਹੁਣੇ ਥੋੜੇ ਦਿਨਾਂ 'ਚ ਪਤਾ ਲੱਗ ਜਾਊਗਾ ਕਿ ਇਲੈਕਸ਼ਨ ਸਟੰਟ ਹੈ, ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ। ਇਲੈਕਸ਼ਨ ਤਾਂ ਬਹੁਤ ਦੂਰ ਆ ਜੇ, ਤਿਆਰੀ ਹੋ ਰਹੀ ਹੈ ਨਾ ਜੀ। ਅੱਛਾ ਹਾਂਜੀ ਢਿੱਲੋਂ ਸਾਹਿਬ ਜਿਸ ਤਰੀਕੇ ਨਾਲ ਉਹ ਤਾਂ ਜਾਖੜ ਸਾਹਿਬ ਕਹਿ ਰਹੇ ਵੀ ਤੁਹਾਡੀ ਮਿਲੀ ਭਗਤ ਆ, ਇਹ ਕਹਿੰਦੇ ਜੀ ਤੁਸੀਂ ਸਾਰੇ ਰਲੇ ਹੋਏ ਹੋ, ਕਿਹਦੀ ਸੱਚ ਮੰਨੀਏ? ਮੇਰਾ ਸਾਹਿਬ ਮੈਂ
ਪਾਲੀ ਜੀ ਬੈਠੇ ਨੇ ਔਰ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ। ਪਹਿਲਾਂ ਦੀ ਇਹ ਜਿਹੜੇ ਸਾਡੇ ਤੇ ਜਾਂ ਉਂਗਲ ਚੱਕਣ ਤੋਂ ਪਹਿਲਾਂ ਜਦੋਂ ਇਹ ਬਰਗਾੜੀ ਦੀ ਗੱਲ ਕਰਦੇ, ਬਰਗਾੜੀ ਦੇ ਵਿੱਚ ਉਹ ਸ਼ਹੀਦ ਸਿੰਘਾਂ ਦਾ ਜਦੋਂ ਭੋਗ ਪਿਆ, ਇਹਨਾਂ ਦਾ ਜਿਹੜਾ ਅੱਜ ਮੌਜੂਦਾ ਪ੍ਰਧਾਨ ਆ ਉੱਥੇ ਸ਼ਰਾਬ ਪੀ ਕੇ ਪਹੁੰਚ ਗਿਆ। ਕੀ ਬੇਦਵੀ ਇਹ ਨਹੀਂ ਕਰਦੇ ਸਟੇਜਾਂ ਤੇ ਸ਼ਰਾਬ ਪੀ ਕੇ ਜਾਣ ਦੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ? ਇਹ ਜਿਹੜੀਆਂ ਗੱਲਾਂ ਇਹ ਦੇਖੋ ਪਾਲੀ ਜੀ, ਆ ਦੇਖੋ ਤੁਹਾਡਾ ਪ੍ਰਧਾਨ ਮਾਫੀ ਮੰਗ ਕੇ ਛੁੱਟਿਆ ਸਾਡਾ ਉੱਤੇ। ਹਵਾਈ ਗੱਲਾਂ ਨਾ ਕਰੋ, ਹਵਾਈ ਗੱਲਾਂ ਨੇ, ਔਨ ਦਾ ਰਿਕਾਰਡ ਗੱਲਾਂ ਨੇ ਜੀ, ਔਨ ਦਾ ਰਿਕਾਰਡ ਗੱਲਾਂ ਨੇ। ਤੁਸੀਂ ਗੱਲ ਸੁਣੋ ਪਹਿਲਾਂ, ਪਾਲੀ ਜੀ ਗੱਲ ਸੁਣੋ ਪਹਿਲਾਂ ਤੁਸੀਂ ਗੱਲ ਸੁਣੋ। ਜਿਹੜੀ ਮੈਂ ਤੁਹਾਡੀ ਗੱਲ ਦਾ ਹਰ ਦਾ ਜਵਾਬ ਦੇ ਰਿਹਾ। ਮੇਰੀ ਗੱਲ ਉਹ ਉਹਨਾਂ ਨਿੱਜੀ ਮਸਲਾ, ਅਸੀਂ ਉਹਦੇ ਟਿੱਪਣੀ ਨਹੀਂ ਕਰਦੇ। ਮੈਂ ਤਾਂ ਦੇ ਉੱਤੇ ਕਹਿੰਦੇ ਵੀ ਮੇਰੇ ਵਿਦਾ ਸੁਭਾ ਨੇ ਵੱਡੇ ਬਾਦਲ ਨੂੰ। ਮੇਰੀ ਗੱਲ ਸੁਣੋ, ਗੱਲ ਇਹ ਜਿਹੜੀ ਨਾ ਇਹ ਬਗੈਰ ਨਸ਼ੇ ਤੋਂ ਨਹੀਂ ਹੁੰਦੀ। ਪਾਲੀ ਦੀ ਗੱਲ ਤਾਂ ਸੁਣੋ ਨਾ, ਮੈਂ ਤੁਸੀਂ ਮੁੱਦੇ ਦੀ ਗੱਲ ਕਰ ਰਹੇ, ਤੁਸੀਂ ਬਰਗਾੜੀ ਦੀ ਰਾਜਨੀਤੀ ਨਾ ਕਰੋ। ਜਿਹੜੀ ਤੁਸੀਂ ਗੱਲ ਮੈਂ ਤੁਹਾਨੂੰ ਕਹਿੰਦਾ, ਤੁਹਾਡਾ ਆਪ ਦਾ ਪ੍ਰਧਾਨ ਤਾਂ ਸ਼ਰਾਬ ਪੀ ਕੇ ਉੱਤੇ ਪਹੁੰਚਦਾ। ਜਿਹੜੀ 267 ਸਰੂਪਾਂ ਦੀ ਗੱਲ ਕਰਦੇ ਹੋ, ਦੇਖੋ 267 ਸਰੂਪਾਂ ਦੀ ਗੱਲ ਕਰਦੇ ਹੋ, ਉਹ ਬੜੀ ਮੰਦਭਾਗੀ ਘਟਨਾ ਹੋਈ ਆ। ਉਹਦੇ ਵਿੱਚ ਜਥੇਦਾਰ ਜੀ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਹ 2015 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਰਿਕਾਰਡ ਉਸ ਦਫ਼ਤਰ ਨੂੰ ਸੀਲ ਕਰਵਾਤਾ। ਨਾਲ ਇੱਕ ਸੁਪਰੀਮ ਕੋਰਟ ਦੇ ਜੱਜ ਦੋ ਅਸੀਂ ਇਨਕੁਆਇਰੀ ਮੰਗ ਕੀਤੀ ਆ। ਜੇ ਮੇਰੀ ਤੁਸੀਂ ਸਾਨੂੰ ਜੇ ਕਿੰਨੇ ਸਾਲ ਪੁਰਾਣੀ ਗੱਲ ਹੋ ਗਈ, ਤੁਸੀਂ ਮੰਗ ਰਹੀ ਹੋ, ਤੁਹਾਡਾ ਰਾਜ ਰਿਹਾ ਵਾ, ਮੇਰੀ ਗੱਲ ਸਰਕਾਰ ਵੀ ਆ, ਮੇਰੀ ਇੱਕ ਗੱਲ ਤੁਹਾਡੇ ਰਾਜ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕੇ, ਤੁਸੀਂ ਉਹ ਰਾਜ ਤੋਂ ਬਾਹਰ ਗੱਲ ਸੁਣੋਗੇ। ਸ਼੍ਰੋਮਣੀ ਕਮੇਟੀ ਦਾ ਆਪਣਾ ਮਸਲਾ, ਸ਼੍ਰੋਮਣੀ ਕਮੇਟੀ ਦਾ ਆਪਣਾ ਸਾਰਾ ਸਿਧਾਂਤ ਨੇ, ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਹੈ, ਉਹਨਾਂ ਦਾ ਹਰ ਇੱਕ ਆਪਣਾ ਸੀ। ਇਹ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਜੀ ਨੇ ਜਾਂਚ ਦੇ ਜਿਹੜੇ ਹੁਕਮ ਦਿੱਤੇ, ਉਹਨਾਂ ਦਾ ਮਸਲਾ ਇਹਦੇ ਵਿੱਚ ਜੇ ਅਸੀਂ ਆ ਜਥੇਦਾਰ ਜੀ ਦੇ ਕਿੰਤੂ ਪਰੰਤੂ ਗੱਲ ਕਰਾਂਗੇ। ਮੇਰੀ ਗੱਲ ਸੁਣੋ, ਮੇਰੀ ਇੰਨੀ ਔਕਾਤ ਨਹੀਂ ਹੈ, ਮੈਂ ਜਥੇਦਾਰ ਜੀ ਦੇ ਕੋਈ ਟਿੱਪਣੀ ਨਹੀਂ ਕਰਦਾ। ਸਰੂਪਾਂ ਦੀ ਇਨਕੁਆਇਰੀ ਲੱਗੀ, ਜੇ ਉਸੇ ਵੇਲੇ ਕਾਰਵਾਈ ਹੁੰਦੀ ਸਰੂਪਾਂ ਦੀ ਤੇ ਆ ਬੇਦਬੀ ਨਹੀਂ ਸੀ ਹੋਣੀ ਜਿਹੜੀ ਕਿ ਆ ਤੁਸੀਂ ਇੰਨੀ ਵੱਡੀ ਬੇਦਬੀ ਹੋਈ ਹੈ। ਚਲੋ ਇਸੇ ਕਰਕੇ ਤੁਹਾਡੇ ਜਾਖੜ ਸਾਹਿਬ ਨਹੀਂ, ਇੱਕ ਮਿੰਟ ਮੇਰਾ ਜੀ, ਮੈਂ ਜੇ ਆਮ ਆਦਮੀ ਪਾਰਟੀ ਬੇਦਬੀ ਦੀ ਗੱਲ ਕਰਦੀ ਆ, ਮਲੇਰਕੋਟਲੇ ਦੇ ਕੁਰਾਨ ਸ਼ਰੀਫ ਜਦੋਂ ਪੜਿਆ ਉਹਦੇ ਇਹਨਾਂ ਐਮਐਲਏ ਹਲੇ ਤੱਕ ਚਾਰਜ ਸ਼ੀਟ ਹੋ ਗਿਆ, ਕੋਈ ਬਰੀ ਨਹੀਂ ਹੋਇਆ ਜੀ। ਚਾਰਜ ਸ਼ੀਟ ਹੋਇਆ ਉਹਦੇ ਐਮਐਲਏ ਹੋ ਉਹਦੇ ਵਿੱਚ ਉਹਦੀ ਆਡੀਓ ਟੇਪ ਨਹੀਂ ਲੱਭੀ ਕਿ ਉਹਨੇ ਬਹੁਤੇ ਬੇਅਦਬੀ ਕਰਾਈ। ਬਿਲਕੁਲ ਨਹੀਂ, ਇਹ ਗੱਲਾਂ ਸਾਡੇ ਤੇ ਨਾ ਕਰੋ। ਜਿਹੜੀ ਗੱਲ ਆ ਉੱਤੇ ਆ ਸੱਚਾਈ ਤੇ ਸੱਚਾਈ ਇਸ ਟਾਈਮ ਗੜੀ ਆ, ਜੋ ਪੰਜਾਬ ਦੀ ਗੱਲ ਆ। ਜੇ ਅੱਜ ਆਪਾਂ ਸੁਨੀਲ ਜਾਖੜ ਜੀ ਦੀ ਗੱਲ ਕਰੀਏ, ਸੁਨੀਲ ਜਾਖੜ ਜੀ ਦਾ ਉਹ ਉਹਨਾਂ ਦਾ ਕਿਰਦਾਰ ਆ, ਉਹਨਾਂ ਦੇ ਫਾਦਰ ਦਾ ਉਹ ਕਿਰਦਾਰ ਆ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਹਨਾਂ ਨੇ ਕਿਹਾ, ਉਹਨਾਂ ਨੇ ਖੁਸ਼ੀ ਜ਼ਾਹਿਰ ਕੀਤੀ ਉਹਨਾਂ ਦੇ ਫਾਦਰ ਨੇ, ਬਲਰਾਮ ਸਿੰਘ ਜਾਖੜ ਜੀ ਨੇ। ਉਸ ਤੋਂ ਬਾਅਦ 10 ਲੱਖ ਸਿੱਖ ਵੀ ਮਾਰਨੇ ਪੈਂਦਾ, ਉਦੋਂ ਕੋਈ ਵੀ ਘੱਟ ਨਹੀਂ ਸੀ। ਨਹੀਂ ਖੁਸ਼ੀ ਕੋਈ ਕਿਸੇ ਨੇ ਜ਼ਾਹਰ ਕੀਤੀ, ਖੁਸ਼ੀ ਦਾ ਕੋਈ ਸਾਡੇ ਕੋਲ ਸਾਡੇ ਕੋਲ ਸਾਰੇ। ਇਸੇ ਕਰਕੇ ਉਹਨਾਂ ਨੇ ਦੇਖੋ ਜਾਖੜ ਸਾਹਿਬ ਨੇ ਇਸੇ ਕਰਕੇ ਕਿਹਾ ਵੀ ਜਿਹੜੀਆਂ 2015 ਦੀਆਂ ਘਟਨਾਵਾਂ ਹੋਈਆਂ ਬੜੀ ਦੁਖਦਾਈ ਹੋਈਆਂ। ਕੀ ਕਹਿਣਾ ਚਾਹੋਗੇ? ਚਲੋ ਜਗਰੂਪ ਜੀ ਦੀ ਗੱਲ, ਹਾਂਜੀ ਤੁਸੀਂ ਦੱਸੋ। ਹਾਂਜੀ ਕੀ ਕਹਿ ਰਹੇ, ਸਹੀ ਕਹਿ ਰਹੇ ਜੋ ਇਹ ਗੱਲ ਕਰ ਰਹੇ ਆ ਜੀ? ਜੀ ਇਹ ਇੱਕ ਸਿਰਫ ਆਪਦੇ ਪਾਰਟੀ ਦੇ ਹਿੱਤ ਦੇ ਵਿੱਚ ਪ੍ਰਭਾਵਿਤ ਹੋ ਕੇ ਗੱਲ ਕਰ ਰਹੇ ਆ ਜੀ, ਭਾਵੇਂ ਕਿ ਸਾਰੀ ਗੱਲ ਦੁਨੀਆ ਨੂੰ ਪਤਾ ਜੀ ਕਿ 1 ਜੂਨ ਨੂੰ ਗੁਰੂ ਮਹਾਰਾਜ ਦੇ ਸਰੂਪ ਆ ਜੋ ਉਹ ਗੁੰਮ ਹੋ ਜਾਂਦੇ ਨੇ। ਉਸ ਤੋਂ ਬਾਅਦ ਅੱਗੇ ਆ ਜੋ 25 ਸਤੰਬਰ ਨੂੰ ਜੀ, 25 ਸਤੰਬਰ ਨੂੰ ਜਿਨ੍ਹਾਂ ਨੇ ਇਹ ਬਹੁਤ ਹੀ ਮੰਦਭਾਗੀ ਘਟਨਾ ਕੀਤੀ, ਉਹਨਾਂ ਦੇ ਵੱਲੋਂ ਪਰਚੇ ਲਾਏ ਜਾਂਦੇ ਨੇ ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਹਿੰਮਤ ਤਾਂ ਲੱਭ ਲਓ। ਤੇ ਉਸ ਸਮੇਂ ਪੰਜਾਬ ਦੀ ਗੱਦੀ ਦੇ ਉੱਤੇ ਮੁੱਖ ਮੰਤਰੀ ਜਾਂ ਸਰਕਾਰ ਕਿਹਦੀ ਸੀਗੀ? ਉਹ ਪੰਥਕ ਆਗੂ ਕੌਣ ਵਾਲਿਆਂ ਦੀ। ਇੰਨੇ ਸਮੇਂ ਬਾਅਦ ਇਹਨਾਂ ਦੇ ਜੋ ਖੁਫੀਆ ਵਿਭਾਗ ਸੀਗਾ, ਉੱਥੇ ਆਪਣੀ ਇਹ ਵੀ ਗੱਲ ਦੇਖਣ ਵਾਲੀ ਆ ਕਿ ਇਹਨਾਂ ਨੇ ਖੁਫੀਆ ਵਿਭਾਗ ਤਾਂ ਲਾਇਆ ਹੋਇਆ ਸੀ ਵਿਰੋਧੀ ਪਾਰਟੀਆਂ ਦੇ ਕੋਲੇ। ਉਹਨਾਂ ਦੇ ਮਗਰ ਲੱਗੇ ਕਿੱਥੋਂ ਕਿੰਨੀਆਂ ਵੋਟਾਂ ਆਉਣੀਆਂ, ਰਿਪੋਰਟ ਕਾਰਡ ਤਿਆਰ ਕਰਨ ਨੂੰ ਕਿ ਸਾਸੇ ਵਾਲੀ ਦੀਆਂ ਵੋਟਾਂ ਕਿੰਨੀਆਂ ਨੇ, ਕਾਂਗਰਸੀਆਂ ਦੀਆਂ ਕਿੰਨੀਆਂ ਨੇ, ਆਮ ਆਦਮੀ ਪਾਰਟੀ ਦੀਆਂ ਕਿੰਨੀਆਂ ਨੇ। ਇਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ ਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ। ਜੇ ਸਰਕਾਰ ਚਾਹੁੰਦੀ ਤਾਂ ਉਸ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਏ ਸੀਗੇ ਜਾਂ ਉਹਨਾਂ ਦੀ ਚੋਰੀ ਹੋਈ, ਉਸ ਵੇਲੇ ਸਰਕਾਰ ਕਿਉਂ ਨਹੀਂ ਅਲਰਟ ਹੋਈ? 25 ਸਤੰਬਰ ਨੂੰ ਪਰਚੇ ਲਾਏ ਜਾਂਦੇ ਨੇ। ਉਸ ਤੋਂ ਬਾਅਦ 12 ਅਕਤੂਬਰ ਨੂੰ ਗੁਰੂ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਆ। ਤੇ ਉਸ ਵੇਲੇ ਵੀ ਸਰਕਾਰ ਕੀ ਕਰ ਰਹੀ ਹੈ? ਅਕਾਲੀ ਦਲ ਕਹਿੰਦੇ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਜਾਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ। ਕਿਉਂ ਨਹੀਂ ਜ਼ਿੰਮੇਵਾਰੀ ਹੈ? ਇਹਨਾਂ ਦੀ ਜ਼ਿੰਮੇਵਾਰੀ ਸੀਗੀ। ਜੇ ਕਹਿੰਦੇ ਸੀ ਪੰਥਕ ਸਰਕਾਰ ਆ, ਪੰਥਕ ਪਾਰਟੀ ਸੀ ਇਹਨਾਂ ਦੀ, ਤਾਂ ਇਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਸੀ। ਉੱਥੇ ਤੋਂ ਅੱਗੇ ਆ ਜਾਓ, ਫਿਰ 12 ਅਕਤੂਬਰ ਨੂੰ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਆ। ਬੇਅਦਬੀ ਹੋਣ ਤੋਂ ਬਾਅਦ ਜਿਹੜੀਆਂ ਸਿੱਖ ਸੰਗਤਾਂ, ਸੰਤ ਸਮਾਜ, ਦੇਖੋ ਇਹਦਾ ਸੁਭਾਵਕ ਸੀ, ਪੂਰੀ ਦੁਨੀਆ ਦੇ ਜੋ ਸਿੱਖ ਸੀਗੇ ਉਹਨਾਂ ਦੇ ਹਿਰਦੇ ਬਲੂੰਦਰੇ ਗਏ। ਪੰਜਾਬ ਦੇ ਵਿੱਚ ਇਹੋ ਜਿਹੀ ਘਟਨਾ ਵਾਪਰਨੀ
ਅਖੌਤੀ ਪੰਥਕ ਸਰਕਾਰ ਦੇ ਹੁੰਦੇ ਹੋਏ ਜਦੋਂ ਉਹਨਾਂ ਨੇ ਰੋਸ ਜ਼ਾਹਰ ਕਰਨ ਲੱਗੇ, ਜੀ ਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀਗੇ, ਇਹਨਾਂ ਨੇ ਕੀ ਕੀਤਾ 14 ਅਕਤੂਬਰ ਨੂੰ ਉਹਨਾਂ ਨੇ ਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਭਰਾਤੀਆਂ। ਗੋਲੀਆਂ, ਇੱਕ ਸਵਾਲ ਮੈਂ ਕਰਨਾ ਚਾਹੁੰਦਾ ਕਿ ਜਿਹੜਾ ਸੁਖਬੀਰ ਬਾਦਲ ਅਤੇ ਅਕਾਲੀ ਦਲ ਇਹ ਕਹਿੰਦਾ ਸੀ ਕਿ ਉਹਨਾਂ ਦੇ ਹੁਕਮ ਤੋਂ ਬਗੈਰ ਪੰਜਾਬ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਪ੍ਰਸ਼ਾਸਨ ਦੇ ਵਿੱਚ, ਇਹ ਵੀ ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਕਠਪੁਤਲੀ ਬਣਾਇਆ ਹੋਇਆ ਸੀ ਪ੍ਰਸ਼ਾਸਨ ਨੂੰ। ਇੱਥੇ ਸਵਾਲ ਇਹ ਵੀ ਆ ਜੀ ਕਿ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਤੋਂ ਬਗੈਰ ਪ੍ਰਸ਼ਾਸਨ ਦੀ ਜਿਹੜੀ ਪੁਲਿਸ ਆ ਉਹ ਗੋਲੀ ਚਲਾ ਸਕਦੀ ਸੀਗੀ। ਉਸ ਤੋਂ ਅੱਗੇ ਆ ਜਾਓ ਫਿਰ ਇਹਨਾਂ ਮੈਂ ਨੇ ਤੁਹਾਡੀ ਗੱਲ ਟੋਕਣ ਲੱਗਾ। ਠੀਕ ਆ। ਤੁਸੀਂ ਇੱਕ ਗੱਲ ਦਾ ਜਵਾਬ ਦਿਓ। 3.5 ਸਾਲ ਕੈਪਟਨ ਸਾਹਿਬ ਜਦੋਂ ਆਏ ਆ, ਸਰਕਾਰ ਬਣਾਉਣ ਲੱਗੇ, ਉਹਨਾਂ ਨੇ ਕਿਹਾ ਸੀ ਮੈਂ ਸਾਰੇ ਮਸਲੇ ਹੱਲ ਕਰੂੰਗਾ। ਇਹ ਵੀ ਉਹਨਾਂ ਦੀ ਪਹਿਲ ਦੇ ਆਧਾਰ ਤੇ ਵੀ ਇਹ ਵਿੱਚ ਸੀਗਾ ਵੀ ਇਹ ਬਰਗਾੜੀ ਜੇ ਕਾਂਡ ਜਿਹੜਾ ਹੋਇਆ, ਇਹ ਸਾਰੇ ਮਸਲੇ ਹੋਰ ਜਿਹੜੇ ਝੂਠ ਸੱਚ ਮਾਰੇ ਉਹ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬਾਰ-ਬਾਰ ਕਹਿੰਦੇ ਚੰਗੇ ਵੀ ਲੱਗਦੇ ਕੀ ਕੈਪਟਨ ਸਰਕਾਰ ਜਿਹੜੀ ਹੈ 3.5 ਸਾਲ ਦੇ ਵਿੱਚ ਇੰਨੀ ਸੁਹਿਰਦ ਵੀ ਸਰਕਾਰ ਨਹੀਂ ਹੈਗੀ, ਇੰਨੇ ਉਹਨਾਂ ਕੋਲ ਸੋਰਸਸ ਵੀ ਹੈ ਨਹੀਂ ਵੀ ਉਹ ਇਹ ਮਸਲੇ ਨੂੰ ਹੱਲ ਕਰ ਸਕਦੇ। ਉਹਨਾਂ ਨੇ ਸਿੱਟ ਬਿਠਾਤੀ ਹੈ, ਜਾਂਚ ਚੱਲ ਰਹੀ ਹੈ। ਹੁਣ ਇਹਨਾਂ ਦੀ ਗੱਲ ਸੁਣੋ, ਜਦੋਂ ਮੈਂ ਜਾਂ ਤਾਂ ਕਾਨੂੰਨੀ ਦਾਇਰੇ ਦੇ ਹਿਸਾਬ ਨਾਲ ਗੱਲ ਚੱਲ ਰਹੀ ਹੈ ਕਿ ਅੱਜ ਸੁਖਬੀਰ ਬਾਦਲ ਦੇ ਉੱਤੇ ਤੇ ਜਾਂ ਆਪਾਂ ਕਹਿ ਲਈਏ ਉਹਨਾਂ ਆਗੂਆਂ ਦੇ ਉੱਤੇ ਸਕੰਜਾ ਕੱਸਿਆ ਨਹੀਂ ਜਾ ਰਿਹਾ ਕੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਰਹੇ ਨੇ। ਅੱਜ ਜਿਹੜੀ ਥੋੜੀ ਸਿੱਟ ਬਣਾਈ ਆ ਉਹ ਸਿਰਫ ਅਕਾਲੀ ਦਲ ਨਾਲ ਦੁਸ਼ਮਣੀ ਕਰਨ ਵਾਸਤੇ ਬਣਾਈ ਆ, ਨਾ ਕਿ ਉਹ ਬੇਅਦਬੀ ਦੀ ਜਾਂਚ ਕਰਨ ਵਾਸਤੇ ਬਣਾਈ ਆ। ਪਰਿਵਾਰ ਵੱਲ ਨੂੰ ਜਾ ਰਹੀ ਹੈ। ਇਹਨਾਂ ਮੇਨ ਗਵਾਹ ਪੰਜਾਬ ਦੇ ਲੋਕਾਂ ਦਾ ਮੇਨ ਗਵਾਹ ਬਿੱਟੂ ਜੇਲ੍ਹ 'ਚ ਮਰ ਜਾਂਦਾ, ਮੇਨ ਗਵਾਹ ਬਰਗਾੜੀ ਪੈਦਾ ਸਰਪੰਚ ਤੇਰੇ ਮਰ ਜਾਂਦਾ, ਹਾਰਟ ਅਟੈਕ ਨਾਲ ਮਰ ਜਾਂਦਾ। ਇਹਨਾਂ ਐਮਐਲਏ ਕੁਸ਼ਲਦੀਪ ਢਿੱਲੋਂ ਉੱਥੇ ਇਹਨਾਂ ਦਾ ਮੰਤਰੀ ਕਾਂਗਰਸ ਘਰੇ ਗੋਲੀਆਂ ਚਲਵਾਉਂਦੇ ਆ, ਉਹਦੇ ਘਰੇ ਬੇਓ ਵਿਚਾਰਾ ਉਹ ਆਪਣੀ ਮਾਝੇ ਤੋਂ ਮੁੱਖ ਗਵਾਹ ਸੀ ਉਸ ਕਾਂਡ ਦਾ। ਇਹਨਾਂ ਨੇ ਕੋਈ ਸਾਹਮਣੇ ਰੱਖਿਆ, ਉਹਨਾਂ ਨੇ ਕਿਉਂ ਨਹੀਂ ਸੰਭਾਲ ਕੇ ਰੱਖਿਆ? ਤੁਸੀਂ ਤਾਂ ਕਹਿੰਦਾ ਕਿ ਮੇਰੇ ਜਵਾਨਾਂ ਉਹਦੀ ਵਾਈ ਕੈਪਟਨ ਸਾਹਿਬ ਨੇ ਕਿਉਂ ਛੱਡੀ ਵੀ ਸਾਡੇ ਸਾਹਮਣੇ ਉਹਨੇ ਬਿਲਕੁਲ ਨਹੀਂ ਕੀਤਾ ਕਿ ਉਹ ਭਗਵਾਨ ਕਿਉਂ ਨਹੀਂ ਬਚਾਵੇ ਰੱਖਿਆ ਇਹਨਾਂ ਨੇ। ਸਾਰੀ ਮੁਹਿੰਮ ਤੋਂ ਵਿੱਚ ਸਿਰ ਦਾ ਸਿਰ ਅਕਾਲੀ ਦਲ ਨੂੰ ਬਦਨਾਮ ਕਰਨਾ ਬੇਅਦਬੀ ਦੇ ਵਿੱਚ ਜਿੰਨੇ ਜਿਹੜਾ ਰਾਜਨੀਤੀ ਉਹ ਕੱਖ ਨੇ ਇਹ ਦੋ ਪਾਣੀ ਹੋਊਗਾ। ਤੁਹਾਡੀਆਂ ਜ਼ਮਾਨਤਾਂ 2022 ਜ਼ਬਤ ਹੋਣਗੀਆਂ। ਚਲੋ ਲੋਕ ਦੱਸਣਗੇ, ਚਲੋ ਪੁੱਛ ਲੈਣਾ ਤੁਹਾਨੂੰ ਦੱਸਣਗੇ 2022 ਦੇ ਚਲੋ ਸਾਹਿਬ ਇੱਕ ਮਿੰਟ ਇੱਕ ਕਰਕੇ ਰਾਜਨੀਤੀ ਤੁਸੀਂ ਕਰ ਰਹੇ ਹੋ ਪਰਿਵਾਰ ਇੱਕ ਮਿੰਟ ਪ੍ਰਧਾਨ ਕਰ ਰਿਹਾ ਜਦੋਂ ਦੱਸਾਂਗੇ ਚਲੋ ਸਾਹਿਬ ਇੱਕ ਮਿੰਟ ਮੇਰੀ ਗੱਲ ਹਰ ਕੋਈ ਜਾਂਦਾ ਰਿਹਾ ਤੇ ਅੱਜ ਦੇ ਸਾਡੇ ਕੇ ਸਾਹਮਣੇ ਰਹੇ ਨੇ ਕਿਉਂ ਤੁਸੀਂ ਕਰ ਰਹੇ ਸਫਾਈ ਇੱਕ ਮਿੰਟ ਇੱਕ ਕਰਕੇ ਚਲੋ ਜੀ ਇੱਕ ਮਿੰਟ ਅੱਜ ਸਮਾਜ ਦੀ ਗੱਲ ਦੇਣ ਸਾਡੇ ਕੋਈ ਜਗ੍ਹਾ ਝੂਠ ਆ ਬਜਰੀ ਅਸੀਂ ਪੰਜਾਬ ਦੇ ਢਿੱਲੋਂ ਸਾਹਿਬ ਦੀ ਲੀਡਰਸ਼ਿਪ ਇੱਕ ਮਿੰਟ ਢਿੱਲੋਂ ਸਾਹਿਬ ਇੱਕ ਮਿੰਟ ਇੱਧਰ ਸੁਣਨਾ ਨਹੀਂ ਦਰਸ਼ਕਾਂ ਨੂੰ ਇਦਾਂ ਪਤਾ ਨਹੀਂ ਲੱਗਣਾ। 92 ਕੀ ਹੋਇਆ ਸੀਗਾ ਇੱਕ ਕਰਕੇ ਇੱਕ ਸੈਸ਼ਨ ਬੁਲਾਇਆ ਗਿਆ ਸਪੈਸ਼ਲ ਅਸੈਂਬਲੀ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਜੀ ਜੀ ਜਿੱਥੇ ਇਹਨਾਂ ਨੇ ਹਾਂ 1 ਬਾਈ 1 ਕਰੋ, ਦੋਨੋਂ ਦਰਸ਼ਕਾਂ ਨੂੰ ਮਜ਼ਾ ਆਏ ਦੇਖਣ ਦਾ ਸੁਣਨ ਦਾ ਵੀ ਇਸ ਮਸਲੇ ਨੂੰ ਮੈਂ ਕੈਪਟਨ ਸਾਹਿਬ ਤੁਸੀਂ ਵੀ ਅਸਲ ਵਿੱਚ ਸੁਣ ਲਓ। ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਨਾਂ ਨੂੰ ਇੱਥੇ ਕਾਇਮ ਕਰਕੇ ਅਸੈਂਬਲੀ ਦੇ ਲਾਈਵ ਸਾਰਿਆਂ ਨੇ ਦੇਖਿਆ ਹੀ ਹੈ, ਲਾਈਵ ਸਾਰੀ ਦੁਨੀਆ ਨੇ ਦੇਖਿਆ। ਔਰ ਜੋ ਕੁਝ ਤੁਸੀਂ ਉੱਥੇ ਕੀਤਾ ਵਾ, ਤੁਸੀਂ ਦੱਸੋ ਵੀ ਕਿੱਥੇ ਤੱਕ ਤੁਸੀਂ ਕੰਮ ਨਿਪਟਾਇਆ ਉਹਨੂੰ। 3 ਮਹੀਨੇ ਤੁਸੀਂ ਫੈਸਲਾ ਕਰਨਾ ਸੀ, 3.5 ਸਾਲ ਤੁਸੀਂ ਲਗਾ ਦਿੱਤੇ ਆ। ਔਰ ਤੁਸੀਂ ਉਹਦੇ ਸੋਹ ਚੱਕਦੇ ਰਹੇ ਅਸੈਂਬਲੀ ਦੇ ਵਿੱਚ, ਸੈਸ਼ਨ ਦੇ ਵਿੱਚ। ਓਏ ਇਹ ਸੁਹਿਰਦ ਨਹੀਂ ਕਿ ਸਰਕਾਰਾਂ, ਇਹਨਾਂ ਦੀ ਨੀਅਤ ਨਹੀਂ ਹੈ ਕੰਮ ਕਰਨ ਦੀ। ਇਹਨਾਂ ਨੇ ਮਸਲਿਆਂ ਨੂੰ ਉਲਝਾਈ ਜਾਣਾ, ਅੱਗੇ ਦੇ ਅੱਗੇ ਪਾਈ ਜਾਣਾ। ਨਵੀਂ ਪਹਿਲਾਂ ਪਿਛਲੀ ਸਰਕਾਰ ਬਾਦਲ ਸਾਹਿਬ ਨੇ ਇਹ ਕੀਤਾ, ਹੁਣ ਕੈਪਟਨ ਸਾਹਿਬ ਵੀ ਕਰੀ ਜਾਂਦੇ ਆ। ਸੋ ਮਿਲੀ ਭੁਗਤ ਹੈ। ਮੈਂ ਤੁਹਾਨੂੰ ਸ਼ੁਰੂ ਤੋਂ ਕਹਿਣਾ, ਇਹਨਾਂ ਨੂੰ ਸਵਾਏ ਜਨਤਾ ਨੂੰ ਕੁੱਟਣ ਤੋਂ, ਜਨਤਾ ਨੂੰ ਮਾਰਨ ਤੋਂ ਕੋਈ
ਜੋ ਮਰਜ਼ੀ ਹੋ ਜਾਵੇ, ਚਲੋ। ਆਪਣੀ ਸਰਕਾਰ ਚਾਹੀਦੀ ਬਸ, ਇਹ ਨਹੀਂ ਹੋਰ ਕੁਝ ਨਹੀਂ ਚਾਹੀਦਾ ਗੱਲ। ਨਾ। ਕੈਪਟਨ ਸਾਹਿਬ ਨੇ ਤਾਂ ਇਹ ਗੱਲ ਕਹੀ ਸੀਗੀ ਵੀ ਹਲੇ ਜਾਂਚ ਚੱਲ ਰਹੀ ਹੈ, ਜਾਂਚ ਜਦ ਤੱਕ ਚੱਲਦੀ ਹੈ ਮੈਂ ਕਿਸੇ ਨੂੰ ਰੋਪੀ ਨਹੀਂ ਠਰਾ ਸਕਦਾ। ਜਦ ਤੱਕ ਅਦਾਲਤ ਉਹ ਗੱਲ ਵੀ ਠੀਕ ਹੈ, ਜਦ ਤੱਕ ਅਦਾਲਤ ਕਿਸੇ ਨੂੰ ਰੋਪੀ ਨਹੀਂ ਠਰਾਂਦੀ ਅਸੀਂ ਕਿਸੇ ਨੂੰ ਰੋਪੀ ਨਹੀਂ ਠਰਾ ਸਕਦੇ, ਇਹ 'ਚ ਕੋਈ ਸ਼ੱਕ ਨਹੀਂ ਆ। ਲੇਕਿਨ ਸਵਾਲ ਇਹ ਆ ਵੀ ਜਾਂਚ ਕਦੋਂ ਤੱਕ ਚੱਲੂਗੀ। ਹਾਂਜੀ ਢਿੱਲੋਂ ਸਾਹਿਬ, 1 ਬਾਈ 1 ਤੇ 3 ਮਹੀਨੇ ਟਾਈਮ ਲਿਆ ਸੀ ਜੀ ਹਾਂਜੀ ਸੈਸ਼ਨ ਦੇ ਵਿੱਚ। ਨਹੀਂ ਹੁਣ ਥੋੜਾ 1 ਬਾਈ 1 ਕਰ ਲਓ, ਥੋੜਾ ਜਿਹਾ ਦਰਸ਼ਕਾਂ ਨੂੰ ਸਮਝ ਆਏ ਗੱਲ ਆਪਾਂ ਕੀ ਕਹਿਣਾ ਚਾਹੁੰਦੇ ਆ। ਅਸੀਂ ਤਾਂ ਚਾਹੁੰਦੇ ਜਾਂਚ ਜਲਦੀ ਖਤਮ ਹੋਵੇ। ਜੋ ਮਾਨਯੋਗ ਅਦਾਲਤਾਂ ਦੇ ਫੈਸਲੇ ਅਸੀਂ ਉਹਨਾਂ ਸਵੀਕਾਰ ਕਰਦੇ ਆ। ਅਸੀਂ ਕਹਿੰਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿਹਨੇ ਕਰਾਈ ਉਹਦਾ ਕੱਖ ਨਾ ਰਹੇ, ਜਿਹਨੇ ਬੇਅਦਬੀ ਰਾਜਨੀਤੀ ਕੀਤੀ ਉਹਦਾ ਕੱਖ ਨਾ ਰਹੇ। ਅਸੀਂ ਤਾਂ ਆਪਣੇ ਗੁਰੂ ਲਈ ਹਰ ਜਗ੍ਹਾ ਸਟੈਂਡ ਕਰਦੇ ਆ। ਅਸੀਂ ਚਾਹੁੰਦੇ ਇਹਦਾ ਨਿਪਟਾਰਾ ਜਲਦੀ ਹੋ ਸਕੇ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਵਰਲਡ ਦੇ ਲੋਕਾਂ ਨੂੰ, ਵਿਦੇਸ਼ਾਂ ਵਿੱਚ ਤੇ ਮੇਰੇ ਭਾਈਚਾਰੇ ਨੂੰ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹਦੀ ਅਸਲੀਅਤ ਕੀ ਹੈਗੀ। ਚਲੋ ਹਾਂਜੀ ਜਗਰੂਪ ਜੀ, ਹੋ ਸਕਦਾ ਪੋਸੀਬਲ ਹੈ ਵੀ 2022 ਤੋਂ ਪਹਿਲਾਂ ਇਹਦਾ ਨਿਪਟਾਰਾ ਹੋ ਜਾਊਗਾ, ਵੀ ਲੋਕਾਂ ਨੂੰ ਇਨਸਾਫ ਮਿਲ ਜਾਊਗਾ, ਦੋਸ਼ੀਆਂ ਨੂੰ ਫੜਿਆ ਜਾਊਗਾ। ਦੇਖੋ ਜੀ, ਜਿਸ ਤਰ੍ਹਾਂ ਜੀ ਅੱਜ ਜੋ ਸਿੱਟ ਦੀ ਕਾਰਵਾਈ ਚੱਲ ਰਹੀ ਆ ਜੀ, ਸਬੂਤ ਆਪਾਂ ਨੂੰ ਪਤਾ ਕਿ ਕਾਨੂੰਨ ਦੇ ਜਦੋਂ ਦਾਇਰੇ ਦੀ ਗੱਲ ਆ ਤਾਂ ਬਗੈਰ ਸਬੂਤਾਂ ਤੋਂ ਕੋਈ ਵੀ ਗੱਲ ਨਹੀਂ ਨਿਪੜੇ ਚੜਦੀ। ਜੇਕਰ ਦੇਖੋ, ਇੱਕ ਨੂੰ ਦੋਸ਼ੀ ਕਹਿਣਾ ਤੇ ਇੱਕ ਦੋਸ਼ੀ ਨੂੰ ਸਜ਼ਾ ਦਿਵਾਉਣਾ ਜੀ ਬਹੁਤ ਅੰਤਰ ਹੈ ਇਹਦੇ ਵਿੱਚ। ਜੇਕਰ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ ਤਾਂ ਨਾਲ ਸਬੂਤ ਇਕੱਠੇ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ। ਅੱਜ ਜੋ ਸਿੱਟ ਬਣੀ ਹੋਈ ਆ ਉਹ ਭਾਵੇਂ ਹੌਲੀ ਜਾਂਚ ਹੋ ਰਹੀ ਸੀ, ਪਰ ਅੱਜ ਉਹਨਾਂ ਨੂੰ ਕੜੀ ਨਾ ਕੜੀ ਜੁੜ ਗਈ ਤੇ ਉਹ ਆਖਰ ਨੂੰ ਖੜਨਾ ਕਿੱਥੇ ਉਸ ਜਾਂਚ ਨੇ ਜਾ ਕੇ, ਜਿੱਥੇ ਪੰਜਾਬ ਦੇ ਲੋਕ ਬੇਅਦਬੀ ਦੇ ਸਮੇਂ ਕਹਿ ਰਹੇ ਸੀਗੇ ਕਿ ਕੌਣ ਜ਼ਿੰਮੇਵਾਰ ਆ, ਕੌਣ ਦੋਸ਼ੀ ਆ। ਇਹ ਗੱਲ ਉੱਥੇ ਜਾ ਕੇ ਖਤਮ ਹੋਣੀ ਹੈ। ਮੈਂ ਤੁਹਾਨੂੰ ਗੱਲ ਦਾਅਵੇ ਨਾਲ ਕਹਿਣੀ ਚਾਹੁੰਦਾ ਕਿ ਥੋੜਾ ਜਿਹਾ ਸਮਾਂ ਢੀਕ ਲਓ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਜਿਹੜੇ ਦੋਸ਼ੀ ਨੇ ਪੰਜਾਬ ਦੇ ਸਿੱਖਾਂ ਤੋਂ, ਆਪਾਂ ਕਹਿ ਲਈਏ ਪੂਰੀ ਦੁਨੀਆ ਦੇ ਸਿੱਖਾਂ ਤੋਂ, ਪੰਜਾਬ ਦੇ ਖਾਸ ਕਰਕੇ ਲੋਕਾਂ ਨੂੰ ਤਾਂ ਬਹੁਤ ਨੇੜਿਓਂ ਪਤਾ ਕਿ ਦੋਸ਼ੀ ਕੌਣ ਆ। ਬਹੁਤ ਜਲਦ ਤੁਹਾਡੇ ਸਾਹਮਣੇ ਹੋਣਾ ਤੇ ਕਾਨੂੰਨ ਦੇ ਸਕੰਜੇ ਦੇ ਵਿੱਚ ਆਉਣਾ ਉਹਨਾਂ ਨੇ, ਤੇ ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਉਹ ਗੁਰੂ ਮਹਾਰਾਜ ਦਾ ਦਿੱਤੀ ਆ ਤੇ ਕਾਨੂੰਨ ਦੇ ਵੱਲੋਂ ਵੀ ਉਹਨਾਂ ਨੂੰ ਸਜ਼ਾ ਮਿਲਣੀ ਹੀ ਮਿਲਣੀ ਆ। ਗੱਲ ਇਹ ਕਰਦੇ ਨੇ ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣ ਦੀ। ਗੁਰੂ ਤਾਂ ਆਪ ਲੋਕਾਂ ਨੂੰ ਇਨਸਾਫ ਕਰਦਾ। ਜੇ ਤੁਸੀਂ ਉਸ ਗੱਲ ਤੇ ਆਂਦੇ, ਇਹ ਬਿਲਕੁਲ ਗਲਤ ਆ। ਗੁਰੂ ਨੂੰ ਕੋਈ ਇਨਸਾਫ ਨਹੀਂ ਦਿਵਾ ਸਕਦਾ। ਗੁਰੂ ਸਾਹਿਬ ਆਪ ਸਭ ਨੂੰ ਇਨਸਾਫ ਦੇਣ ਵਾਲੇ ਨੇ। ਜੇ ਤੁਸੀਂ ਕਰਦੇ ਦੋਸ਼ੀਆਂ ਦੀ, ਅਸੀਂ ਆਪ ਤੁਹਾਨੂੰ ਕਹਿੰਦੇ ਆ, ਕਾਨੂੰਨ ਆਪ ਦੱਸੇਗਾ, ਸਾਰਾ ਦੁੱਧ ਪਾਣੀ ਹੋਏਗਾ। ਪਰ ਗੁਰੂ ਸਾਹਿਬ ਨੂੰ ਇਨਸਾਫ ਦੇਣ ਵਾਲੀ ਗੱਲ ਨਾ ਕਰੋ। ਗੁਰੂ ਸਾਹਿਬ ਤਾਂ ਪੂਰੀ ਦੁਨੀਆ ਨੂੰ ਇਨਸਾਫ ਦੇਣ ਵਾਲੇ। ਚਲੋ ਲਾਸਟ ਤੁਹਾਨੂੰ ਪੁੱਛਣਾ, ਹਾਂਜੀ ਇਹਨੂੰ ਇਸ ਮੁੱਦੇ ਨੂੰ ਵਾਈਂਡ ਅਪ ਕਰਨਾ ਪਿਆ। ਹਾਂਜੀ, ਤੁਸੀਂ ਕੀ ਸਮਝਦੇ? ਵਾਕਈ ਤੁਸੀਂ ਤਾਂ ਦੋਨੋਂ ਸਰਕਾਰਾਂ ਨੂੰ ਕਹਿੰਦੇ ਵੀ ਇੱਕੋ ਸਿੱਕੇ ਦੇ ਦੋ ਪਹਿਲੂ ਆ, ਪਰ ਸਮਝਦੇ ਹੋ ਕਿ ਤੁਸੀਂ ਐਸੇ ਦਰਸ਼ਕਾਂ ਨੂੰ ਦੱਸ ਸਕਦੇ ਵੀ ਇਹਦਾ ਕੋਈ ਸਿੱਟਾ ਨਿਕਲ ਸਕਦਾ ਕਿ ਵਾਕਈ ਜਿਹੜੀ ਸਿੱਟ ਬਣਾਈ ਹੋਈ ਆ ਕਿਸੇ ਜਾਂਚ ਤੇ ਖੜੂਗੀ? ਜਿਸ ਤਰ੍ਹਾਂ ਜਗਰੂਪ ਜੀ ਨੇ ਕਿਹਾ ਵੀ ਕਿਤੇ ਨਾ ਕਿਤੇ ਤੁਸੀਂ ਵੇਟ ਕਰੋ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ, ਲੱਗਦਾ ਤੁਹਾਨੂੰ? ਮੈਂ ਸਮਝਦਾ ਵੀ ਸਰਕਾਰ ਕੋਲ ਇੰਨੇ ਪ੍ਰਬੰਧ ਨੇ ਜੀ, ਸਾਰੀ ਇੰਟੈਲੀਜੈਂਸ ਇਹਨਾਂ ਕੋਲ ਘੱਟੋ ਘੱਟ 7-8 ਏਜੰਸੀਆਂ ਇਹਨਾਂ ਦੇ ਕੋਲ ਕੰਮ ਕਰਦੀਆਂ ਨੇ। ਜ਼ਿਆਦਾ ਹੀ ਹੋਣੀਆਂ, ਮੈਂ ਇੱਕ ਦੋ ਘੱਟ ਦੱਸੀ ਹੋਣਗੀਆਂ ਜੀ ਕਿ ਇਹਨਾਂ ਕੋਲ ਇੰਨਾ ਵੀ ਪ੍ਰਬੰਧ ਹੈ ਨਹੀਂ ਸੀ ਭਾਰਤ ਸਰਕਾਰ ਕੋਲ ਜਾਂ ਹੁਣ ਕੈਪਟਨ ਸਰਕਾਰ ਕੋਲ, ਵੀ ਇਹਨਾਂ ਕੋਲ ਇੰਨਾ ਵੀ ਪ੍ਰਬੰਧ ਹੈ ਨਹੀਂ ਕਿ ਇਹ ਉਥੋਂ ਦੁੱਧ ਦਾ ਦੁੱਧ ਤੇ ਪਾਣੀ ਕਰ ਸਕਣ। ਮੈਨੂੰ ਇਹਨਾਂ ਦੀ ਨੀਅਤ ਤੇ ਪੂਰਾ ਸ਼ੱਕ ਹੈ। ਸ਼ੱਕ ਨਹੀਂ, ਇਹ ਮੈਨੂੰ ਪੂਰਾ ਯਕੀਨ ਹੈ ਇਸ ਗੱਲ ਤੇ ਕਿ ਇਹਨਾਂ ਨੇ ਕੁਛ ਨਹੀਂ ਕਰਨਾ। ਇਹ ਲੰਬਾ ਖਿੱਚੀ ਜਾਣਾ, ਇਹਨਾਂ ਦਾ ਕੰਮ ਹੀ ਇਹੀ ਹੈ। ਇਹਨਾਂ ਦਾ ਕੰਮ ਇਹੀ ਹੈ। ਕਦੋਂ ਤੱਕ ਖਿੱਚ ਸਕਦੇ ਹੈ? ਹਾਂਜੀ, ਇਹ ਅੱਗੇ ਦੀ ਅੱਗੇ ਖਿੱਚੀ ਜਾਣਾ, ਕੁਛ ਨਹੀਂ ਕਰਨਾ ਇਹਨਾਂ ਨੇ। ਜਾਂ ਫਿਰ ਇਹ ਚੌਕੀ ਹੋਊਗਾ 2-4 ਡੇਰੇ ਵਾਲੇ ਜਾਂ 2-4 ਪੁਲਿਸ ਅਫਸਰ ਟੰਗ ਦੇਣਗੇ, ਆਪ ਇਹਨਾਂ ਦੇ ਆਪਣੇ ਗਲੇ ਤੋਂ ਇਹਨਾਂ ਨੇ ਫਿਰ ਬਚ ਜਾਣਾ। ਜਦ ਕਿ ਇਹਦਾ ਕੰਮ ਸਾਰਾ ਉੱਪਰੋਂ ਲੈਵਲ ਤੋਂ ਚੱਲਿਆ, ਉਹਦਾ ਕਲੀਅਰ ਵੀ ਸਾਰਾ ਕੁਝ ਹੋ ਗਿਆ। ਸਾਰਾ ਕਿੱਥੋਂ ਪਿਸ਼ਾਕ ਆਈ ਹੈ, ਕਿਹੜੀ ਦਿੱਲੀ ਤੋਂ ਕਿਹੜੀ ਕਿੱਥੋਂ ਬਣ ਕੇ ਆਈ ਹੈ, ਸਾਰੀ ਡਿਟੇਲ ਕਲੀਅਰ ਹੋ ਚੁੱਕੀ ਹੈ। ਤੇ ਉਸ ਤੋਂ ਬਾਅਦ ਵੀ ਜੇ ਕੋਈ ਗੁੰਜਾਇਸ਼ ਹੈਗੀ ਤਾਂ ਮੈਨੂੰ ਦੱਸਣ। ਚਲੋ ਇਹ ਤਾਂ ਹੁਣ ਅਦਾਲਤਾਂ ਨੇ ਫੈਸਲਾ ਕਰਨਾ। ਮੈਂ ਚਲੋ ਕੋਈ ਨਹੀਂ ਚਲੋ ਛੇੜਛਾੜ ਕਰਕੇ ਬਣਾਓਗੇ ਤਾਂ ਹੋਣੀ ਹੋਈ ਹੈ। ਦੇਖੋ ਜਿੱਥੋਂ ਬਣੀ ਜਿਹੜੇ ਬੰਦੇ ਨੇ ਬਿਆਨ ਦੇਤਾ, ਆਪਾਂ ਦੂਜੇ ਮੁੱਦੇ ਤੇ ਵੀ ਗੱਲ ਕਰਨੀ ਬਹੁਤ ਮਹੱਤਵਪੂਰਨ ਹੈ, ਜਿਹੜਾ ਕਿ ਇਸ ਵੇਲੇ ਕਿਸਾਨੀ ਨਾਲ ਜੁੜਿਆ ਹੋਇਆ। ਉਹਦਾ ਵੀ ਅੱਜ ਸਾਰੇ ਸਾਡੇ ਪੰਜਾਬ 'ਚ ਤੇ ਹਰਿਆਣਾ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਿਸਾਨਾਂ ਵਿੱਚ ਵੀ ਸਾਡਾ ਜਿਹੜਾ ਆਰਡੀਨੈਂਸ ਜਿੰਨੇ ਵੀ ਤੁਸੀਂ ਜਾਰੀ ਕੀਤੇ ਨੇ MSP ਦੇ, ਸਾਨੂੰ ਜਿਹੜੇ ਹੈ ਉਹ ਲੱਗਦਾ ਉਹਨਾਂ ਨੂੰ ਖਦਸ਼ਾ ਹੈ। ਕੀ ਕਹਿਣਾ ਚਾਹੋਗੇ ਤੁਸੀਂ? ਪਹਿਲਾਂ ਤੁਹਾਡਾ ਜਵਾਬ। ਹਾਂਜੀ ਜਗਰੂਪ ਜੀ, ਕੀ ਕਹਿਣਾ ਚਾਹੋਗੇ?
ਦੇਖੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਪਤਾ ਕਿ ਜਿਹੜੇ ਤਿੰਨੇ ਆਰਡੀਨੈਂਸ ਲਿਆਂਦੇ ਗਏ ਆ ਮੋਦੀ ਸਰਕਾਰ ਦੇ ਵੱਲੋਂ, ਦੇਖੋ ਪਹਿਲਾਂ ਤਾਂ ਇਹਨਾਂ ਚੀਜ਼ਾਂ ਦੀ ਕਿਸੇ ਵੀ ਆਪਾਂ ਕਹ ਲਈਏ ਭਾਰਤ ਦੀ, ਪੰਜਾਬ ਦੀ ਜਾਂ ਹਰਿਆਣੇ ਦੀ ਕਿਸੇ ਵੀ ਕਿਸਾਨ ਜਥੇਬੰਦੀ ਨੇ ਮੰਗ ਨਹੀਂ ਕੀਤੀ ਸੀ ਜਾਂ ਕਿਸਾਨਾਂ ਨੇ ਮੰਗ ਕੀਤੀ ਹੋਵੇ। ਇਹਨਾਂ ਨੇ ਚੁੱਪ ਚਪੀਤੇ ਆਰਡੀਨੈਂਸ ਲਿਆ ਕੇ ਇੱਕ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਆਰਡੀਨੈਂਸ ਲਿਆਂਦੇ ਨੇ। ਉਹਦੇ ਵਿੱਚ ਕੀ ਆ ਕਿ ਦੇਖੋ ਇਹ ਜਿਹੜੀ ਸ਼ਾਂਤਾ ਕੁਮਾਰੀ ਦੀ ਰਿਪੋਰਟ ਆ ਉਹ ਕਿਸੇ ਤੋਂ ਲੁਕੀ ਨਹੀਂ ਹੈਗੀ। ਉਹਦੇ ਵਿੱਚ ਸਿਫਾਰਸ਼ਾਂ ਕੀ ਸੀਗੀਆਂ? ਉਹਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ ਐਮਐਸਪੀ ਖਤਮ ਕੀਤੀ ਜਾਵੇ। ਹੁਣ ਇਹ ਅਕਾਲੀ ਦਲ ਕਹਿੰਦਾ ਕਿ ਐਮਐਸਪੀ ਖਤਮ ਨਹੀਂ ਕੀਤੀ ਜਾਣੀ। ਇਹ ਗੱਲ ਬਿਲਕੁਲ ਸਹੀ ਹੈ ਕਿ ਐਮਐਸਪੀ ਨਹੀਂ ਖਤਮ ਕੀਤੀ ਜਾਣੀ, ਪਰ ਐਮਐਸਪੀ ਦਾ ਜੋ ਆਧਾਰ ਨਹੀਂ ਰਹਿਣਾ, ਉਹਦੀ ਕੋਈ ਵੈਲਿਊ ਨਹੀਂ ਰਹਿਣੀ। ਕਿ ਐਮਐਸਪੀ ਤਾਂ ਮੱਕੀ ਦੇ ਉੱਤੇ ਵੀ ਹੈਗੀ ਆ, ਫਸਲਾਂ ਦੇ ਉੱਤੇ ਵੀ ਹੈਗੀ ਆ। ਖਰੀਦ ਏਜੰਸੀਆਂ ਨੂੰ ਪਹਿਲਾਂ ਇਹ ਆਪਾਂ ਕਹਿ ਲਈਏ ਜਿਹੜਾ ਖਰੀਦ ਏਜੰਸੀਆਂ ਭਾਰਤ ਦੀਆਂ, ਜੋ ਪੰਜਾਬ ਦੀਆਂ ਖਰੀਦ ਏਜੰਸੀਆਂ ਸੈਂਟਰ ਦੀਆਂ ਹੀ ਹੁੰਦੀਆਂ ਨੇ, ਉਹਨਾਂ ਨੂੰ ਇੱਕ ਖੁੰਝੇ ਲਾ ਦੇਣਾ। ਉਸ ਤੋਂ ਬਾਅਦ ਹੌਲੀ ਹੌਲੀ ਜੋ ਉਹਨਾਂ ਦੀ ਜੋ ਖਰੀਦ ਦੇ ਉੱਤੇ ਇਹਨਾਂ ਨੇ ਸ਼ਰਤਾਂ ਲਾ ਦੇਣੀਆਂ, ਹੌਲੀ ਹੌਲੀ ਉਹ ਖਰੀਦ ਏਜੰਸੀ ਨੂੰ ਮਗਰ ਕਰ ਦੇਣਾ। ਭਾਵੇਂ ਕਿ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਕਿ ਕਿਸਾਨ ਬਗਾਵਤ ਦੇ ਉੱਤੇ ਨਾ ਉਤਰਨਾ, ਜਿਹੜਾ ਵਪਾਰਕ ਜਾਂ ਵਪਾਰੀ ਵਰਗ ਆ, ਕਿਉਂਕਿ ਆਪਾਂ ਨੂੰ ਪਤਾ ਕਿ 8.5% ਆ ਜੋ ਟੈਕਸ ਕੱਟੇ ਜਾਂਦੇ ਨੇ, ਉਹ ਤਕਰੀਬਨ ਪੌਣੇ 200 ਰੁਪਏ ਦੇ ਲਗਭਗ ਬਣਦੇ ਨੇ। ਜੇ ਉਹਦੇ ਵਿੱਚੋਂ 50-60 ਰੁਪਏ ਜਾਂ 100 ਰੁਪਏ ਜ਼ਿਆਦਾ ਦੇ ਕੇ ਕਿਸਾਨਾਂ ਕੋਲੋਂ ਫਸਲ ਖਰੀਦ ਵੀ ਲੈਣਗੇ ਸਾਲ 2 ਸਾਲ ਦੇ ਲਈ, ਜਿਵੇਂ ਆਪਣੇ ਆਪਾਂ ਕਹ ਲਈਏ ਕੰਪਨੀਆਂ ਕਰਦੀਆਂ ਪ੍ਰਾਈਵੇਟ, ਪਹਿਲਾਂ ਉਹ ਰੇਟਾਂ ਦਿੰਦੀਆਂ, ਉਸ ਤੋਂ ਬਾਅਦ ਉਹ ਗਲ ਘੁੱਟਣ ਲੱਗ ਜਾਂਦੇ ਗਾਹਕਾਂ ਦੇ। ਤਾਂ ਉਸ ਤੋਂ ਬਾਅਦ ਕੀ ਹੋਣਾ ਕਿ ਜੋ ਏਜੰਸੀਆਂ ਨੇ, ਖਰੀਦ ਏਜੰਸੀਆਂ ਨੇ, ਉਹਨਾਂ ਕੋਲੇ ਫਸਲ ਹੋਣੀ ਘਟ ਜਾਣੀ ਆ, ਜਿਨ੍ਹਾਂ ਦਾ ਕਿ ਕਿਸਾਨਾਂ ਨੂੰ ਹੌਲੀ ਹੌਲੀ ਪਤਾ ਹੀ ਨਹੀਂ ਲੱਗਣਾ। ਚਲੋ ਮੈਂ ਗੱਲ ਪੁੱਛ ਲੈਣਾ ਇੱਕ ਮਿੰਟ ਪਹਿਲਾਂ, ਬਾਅਦ ਚ ਤੁਹਾਡੇ ਕੋਲ ਆਉਣਾ। ਇੱਕ ਮਿੰਟ ਪਹਿਲਾਂ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਕੀ ਵਾਕਈ ਇਹਦੇ ਲਈ ਕਿਸਾਨਾਂ ਵਾਸਤੇ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਏਗੀ? ਕੀ ਕਿਸਾਨ ਇੱਥੋਂ ਆਪਣਾ ਸੂਬਾ ਛੱਡ ਕੇ ਦੂਜੇ ਸੂਬੇ 'ਚ ਫਸਲ ਵੇਚਣ ਜਾਊਗਾ? ਮੈਂ ਜਿਹੜੀ ਗੱਲ ਸ਼ੁਰੂ ਕਰਨ ਲੱਗਾ ਵੀ ਪਹਿਲਾਂ ਤਾਂ ਮੋਦੀ ਸਾਹਿਬ ਨੇ ਸਵਾਮੀਨਾਥਨ ਦੀ ਵੀ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਉਹਦੇ ਮੁਤਾਬਕ ਅਸੀਂ ਪਾ ਦੇਵਾਂਗੇ। ਬਿਲਕੁਲ, ਉਹ ਤਾਂ ਇੱਕ ਪਾਸੇ ਚਲੀ ਗਈ। ਹੁਣ ਵਧਾਏ ਤਾਂ ਸਕੇ ਇਹਨਾਂ ਨੇ ਦੇਖੋ ਕਿੰਨੀ ਮੈਂ ਤੁਹਾਨੂੰ ਲਫ਼ਜ਼ ਨਹੀਂ ਮੈਂ ਹੁਣ ਵਰਤਣਾ ਚਾਹੁੰਦਾ, ਮੈਂ ਰਹਿ ਦਿਆਂ ਵੀ ਕਿੰਨੇ ਸ਼ਾਤਰ ਤਰੀਕੇ ਨਾਲ, ਜਦੋਂ ਕਿ ਸਾਰੀ ਦੁਨੀਆ ਕਰੋਨਾ ਵਾਇਰਸ ਦੇ ਵਿੱਚ ਇਸ ਮਹਾਮਾਰੀ ਦੇ ਜੂਝ ਰਹੀ ਸੀ, ਕੁਝ ਆਰਡੀਨੈਂਸ ਜਾਰੀ ਕਰਨ ਦਾ, ਕਿਹੜੀ ਇਹੋ ਜਿਹੀ ਐਮਰਜੈਂਸੀ ਲੱਗੀ ਸੀ ਜਿਹੜਾ ਨੇ ਆਰਡੀਨੈਂਸ ਜਾਰੀ ਕੀਤਾ। ਉਹ ਕਹਿੰਦੇ ਅਸੀਂ ਐਮਐਸਪੀ ਨੂੰ ਤਾਂ ਖੋਇਆ ਹੈ ਹੀ ਨਹੀਂ। ਹੋਇਆ ਕੀ ਹੈ ਵੀ ਇੱਥੇ ਅਡਾਨੀ ਸਾਹਿਬ ਦੇ ਇੱਥੇ ਇਹਨਾਂ ਨੇ ਗੋਦਾਮ ਬਣਦੇ ਪਏ ਆ, ਸਾਈਲੋ ਜਿਹਨੂੰ ਆਪਾਂ ਕਹਿੰਦੇ ਆ, ਉਹ ਇਹਨਾਂ ਦੇ 22-23 ਬਣਨੇ ਆ, 2 ਬਣੇ ਹੋਏ ਉਹਨਾਂ ਦੇ। ਹੁਣ ਕੀ ਹੈ, ਇੱਕ ਮੰਡੀ ਇੱਕ ਪ੍ਰਿੰਸੈਸ ਹੈ, ਉੱਥੇ ਅਸੀਂ ਮੰਡੀ ਜਿਹੜਾ ਕਰਨ ਸਾਡਾ ਬੋਰਡ ਹੈ, ਉਹ ਜਿਹੜਾ ਕੰਮ ਕਰਦਾ ਮੰਡੀਕਰਨ ਬੋਰਡ ਦੀ ਜਿੰਨੀ ਫੀਸ ਹੈ, ਉਹ ਫੀਸ ਦੇ ਵਿੱਚੋਂ ਪਿੰਡਾਂ ਦੀਆਂ ਸੜਕਾਂ ਡਿਵੈਲਪਮੈਂਟ ਹੁੰਦੀ ਹੈ ਜੀ। ਹੁਣ ਮੰਡੀਕਰਨ ਬੋਰਡ ਖਤਮ ਕਰਨ ਤੋਂ ਬਾਅਦ ਇੱਕ ਪਾਸੇ ਤਾਂ ਤੁਸੀਂ ਪਿੰਡਾਂ ਦੀਆਂ ਜਿਹੜੀ ਡਿਵੈਲਪਮੈਂਟ ਨੂੰ ਰੋਕ ਦੇਣਾ, ਅਸੀਂ ਮੰਨ ਕੇ ਚੱਲਦੇ ਆ ਵੀ ਤੁਸੀਂ ਕਿਸਾਨ ਨੂੰ ਬਚਾਉਣਾ ਚਾਹੁੰਦੇ ਹੋ, ਪਰ ਜੀਓ ਦਾ ਤੁਸੀਂ ਕਦੇ ਦੇਖਿਆ? ਜੀਓ ਤੁਸੀਂ ਸਿੰਗਲ ਜਿਹੜੀ ਇੱਕ ਦੁਕਾਨ, ਸਿੰਗਲ ਦੁਕਾਨ ਹੈ, ਕਦੇ ਵੀ ਉਹ ਤੁਹਾਨੂੰ ਤੁਹਾਡੇ ਲੋਕ ਖੇਤੇ 'ਚ ਕਦੇ ਨਹੀਂ ਹੋਏਗੀ। ਜੀਓ ਨੇ ਫ੍ਰੀ ਡਾਟਾ ਦੇ ਕੇ ਅੱਜ ਡਾਟਾ ਅੱਜ ਤੁਸੀਂ ਦੇਖ ਲਓ ਹਾਲਤ ਕੀ ਹੈ, ਮਨ ਮਰਜ਼ੀ ਦੇ ਰੇਟ, ਕਿ ਪਹਿਲਾਂ ਰੇਟ ਕੁਝ ਹੋਰ ਸੀ। ਤੁਹਾਡਾ ਮਤਲਬ ਕਹਿੰਦਾ ਵੀ ਪਹਿਲਾਂ ਹੁਣ ਕਰਕੇ ਉਸ ਤੋਂ ਬਾਅਦ ਮਨ ਮਰਜ਼ੀ ਦੇ ਰੇਟ ਲੈਣਗੇ। ਦੁਕਾਨ ਹੈ ਉਹ ਹਮੇਸ਼ਾ ਜਿਹੜੇ ਵਪਾਰੀਆਂ ਦੇ ਹੱਕ ਚ ਨਹੀਂ ਹੁੰਦੀ, ਉਹ ਲੁੱਟ ਸੁੱਟ ਕਰਦੀ ਹੈ। ਏਦਾਂ ਹੀ ਇਹਨਾਂ ਨੇ ਮੰਡੀਕਰਨ ਬੋਰਡ ਨੂੰ ਖਤਮ ਕਰਕੇ ਔਰ ਆਪਣੀ ਜਿਹੜੀ ਇਹਨਾਂ ਨੇ ਆਪਣੇ ਚਹੇਤੇ ਮਨਮਾਨੀ ਕਰਾਨੀ ਅਡਾਨੀ ਸਾਹਿਬ ਨੂੰ ਇੱਥੇ ਇਹਨਾਂ ਦੇ ਗੋਦਾਮ ਜਿਨ੍ਹਾਂ ਦੇ ਬੰਨੇ ਸ਼ੁਰੂ ਹੋ ਗਏ ਆ, ਉਹਦੇ ਨਾਲ ਨਾਲ ਇੱਕ ਹੋਰ ਗੱਲ ਕਰੀ ਚੰਨਾ ਵੀ ਕਿਸਾਨਾਂ ਦੀ ਲੁੱਟ ਨਾਲ ਸ਼ੁਰੂ ਹੋ ਗਈ। ਉਹਨਾਂ ਨੂੰ ਕਹਿਤਾ ਵੀ ਤੁਸੀਂ 5-7-10 ਕਿੱਲਿਆਂ ਵਾਲੇ ਜਿਹੜੇ ਨੇ ਉਹ ਤੁਸੀਂ ਆਰਾਮ ਨਾਲ ਬੈਠੋ, ਤੁਹਾਨੂੰ ਅਸੀਂ ਸਾਲ ਦੀ ਇੰਨੀ ਇਨਕਮ ਦਿਆਂਗੇ, ਆਰਾਮ ਨਾਲ ਤੁਸੀਂ ਇਹਨਾਂ ਨੂੰ ਪਾਸੇ ਹੋ ਜਾਓ। ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਮਜ਼ਦੂਰੀ ਦੇ ਪੈਸੇ ਤੁਹਾਨੂੰ ਮਿਲ ਜਾਣਗੇ ਵਿੱਚ। ਓਕੇ, ਦੁਕਾਨਾਂ ਜਿਹੜੀਆਂ, ਚਲੋ ਮੈਂ ਇਹਨਾਂ ਦਾ ਵੀ ਰਾਏ ਲਾਉਣਾ, ਆਪਣਾ ਸਮਾਂ ਘੱਟ ਆ, ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ। ਹਾਂਜੀ, ਲਾਸਟ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਸੁਖਬੀਰ ਬਾਦਲ ਨੇ ਗੱਲ ਕੀਤੀ ਆ, ਸਾਰੇ ਕਿਸਾਨਾਂ ਨਾਲ ਇਹ ਵਾਅਦਾ ਵੀ ਕੀਤਾ ਵੀ ਜੇ ਤੁਸੀਂ ਸਪਸ਼ਟੀਕਰਨ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਖੇਤੀਬਾੜੀ ਮੰਤਰੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਾ ਸਕਦਾ ਤੇ ਮੈਂ ਖੁਦ ਤੁਹਾਡੇ ਨਾਲ ਵਫਦ ਲੈ ਕੇ ਜਾ ਸਕਦਾ, ਅਗਵਾਈ ਕਰ ਸਕਦਾ। ਦੇਖੋ ਮਹਿਰਾ ਸਾਹਿਬ, ਸਾਡਾ ਤਾਂ ਸ਼ੁਰੂ ਤੋਂ ਅਕਾਲੀ ਦਲ ਹੈ ਹੀ ਕਿਸਾਨਾਂ ਦੀ ਪੰਥਕ ਪਾਰਟੀ ਸਾਡੀ। ਸਾਡਾ ਤਾਂ ਪੁਰਾਣਾ ਸਟੈਂਡ ਕਿਸਾਨਾਂ ਨਾਲ ਹੀ ਰਿਹਾ ਜਾਂ ਜ਼ਿਮੀਂਦਾਰ ਸਾਡਾ ਭਾਈਚਾਰੇ ਨਾਲ ਰਿਹਾ। ਅਸੀਂ ਤਾਂ
ਕਿਸਾਨ ਲਈ ਅਸੀਂ ਤਾਂ ਪ੍ਰਧਾਨ ਸਾਡਾ ਕਿਸੇ ਦਾ ਜੇ ਕਿਸਾਨ ਦੀ ਗੱਲ ਆ ਜਾਂਦੀ ਆ ਅਸੀਂ ਸਾਰਾ ਲਾਈਨਸ ਵੀ ਤੋੜਨ ਨੂੰ ਤਿਆਰ ਆ। ਜੇ ਕੋਈ ਮੰਤਰੀ ਤੇ ਸਾਡੇ ਹੱਕ ਅਸੀਂ ਉਹ ਵੀ ਤਿਆਰ ਆ। ਸਿੱਧੀ ਗੱਲ ਆ, ਅਸੀਂ ਤਾਂ ਆਪਣੇ ਕਿਸਾਨ ਲਈ ਖੜੇ ਆ। ਮਜੀਠੀਆ ਨੇ ਵੀ ਕਿਹਾ ਸੀ, ਅਸੀਂ ਪੰਜਾਬ ਮਜੀਠੀਆ ਸਾਹਿਬ ਨੇ ਵੀ ਇਹ ਗੱਲ ਦੁਹਰਾਈ ਸੀਗੀ ਵੀ ਚਾਹੇ ਸਾਨੂੰ ਬੀਜੇਪੀ ਨਾਲ ਤੋੜਨਾ ਪਵੇ, ਹਰ ਕਿਸਾਨ ਲਈ ਖੜੇ ਆ। ਅਸੀਂ ਤੇ ਇਹੀ ਗੱਲ ਕਹੀ ਆ ਕਿ ਜੇ ਇਹਨਾਂ ਦੀ ਕੋਈ ਤਸੱਲੀ ਕਰਾਣੀ ਆ, ਅਸੀਂ ਪੂਰਾ ਵਫਦ ਲੈ ਕੇ ਜਾ ਕੇ ਇਹਨਾਂ ਨੂੰ ਟਾਈਮ ਲਿਜਾ ਕੇ ਨਾ ਵਫਦ ਲੈ ਕੇ ਤਸੱਲੀ ਕਰਨ ਨੂੰ ਤਿਆਰ ਆ। ਜੇ ਅੱਜ ਪਾਲੀ ਜੀ ਤੁਹਾਨੂੰ ਪੁੱਛਣ ਦੀ ਲੋੜ ਹੈਗੀ ਆ। ਪਾਲੀ ਜੀ ਇੱਕ ਗੱਲ ਤੁਹਾਡੀ ਮੈਂ ਭਾਈਵਾਲੀ ਤੁਸੀਂ ਗੱਲ ਕੀਤੀ ਜੀਓ ਦੀ, ਤੁਸੀਂ ਜੀਓ ਦੀ ਗੱਲ ਕੀਤੀ ਮੁਫਤ ਵਾਲੀ ਆਦਤ ਦਾ ਪਈ ਹੋਈ ਆ। ਮੁਫਤ ਪਾਣੀ, ਮੁਫਤ ਬਿਜਲੀ, ਮੁਫਤ ਸਾਰਾ ਕੁਝ ਤੁਹਾਨੂੰ ਉਹ ਕੇਜਰੀਵਾਲ ਨੇ ਆਦਤ ਪਾ ਕੇ ਹੁਣ ਤੁਹਾਡੇ ਉੱਤੇ ਉਹਨੇ ਬਿੱਲ ਆਣੇ ਸ਼ੁਰੂ ਕਰਤੇ ਆ। ਤੁਹਾਡੀ ਨੌਲੇਜ ਤੋਂ ਬਾਹਰ ਆ। ਜੋ ਕਾਲੇ ਦਲ ਨੇ ਵੀ ਇੱਥੇ ਕਾਰਡ ਨੀਲੇ ਕਾਰਡ ਬੜੇ ਬਣਾਏ, ਅਸੀਂ ਬਣਾਇਆ, ਅਸੀਂ ਗਰੀਬ ਲਈ ਬਣਾਇਆ, ਅਸੀਂ ਗਰੀਬਾਂ ਲਈ ਬਣਾਇਆ। 4 ਰੁਪਏ ਕਿਲੋ ਆਟਾ, 2 ਰੁਪਏ ਕਿਲੋ, ਅਸੀਂ 4 ਰੁਪਏ ਕਿਲੋ ਦਿੱਤਾ ਸੀ। ਜੇ ਤੁਸੀਂ ਸਾਨੂੰ ਗੱਲ ਕਹੋਗੇ ਕੇਜਰੀਵਾਲ ਨੇ ਤਾਂ ਸਹੂਲਤ ਥੱਲੋਂ ਤੋਂ ਲੈ ਕੇ ਉੱਪਰ ਤੱਕ ਮੈਂ ਕਹਿੰਦਾ ਜੀ ਉਹ ਦੇਖਦੀ ਪਈ ਆ। ਗਰੀਬ ਔਰ ਅਮੀਰ ਨੂੰ ਇੱਕ ਰੱਖਿਆ। ਮੇਰਾ ਸਾਹਿਬ ਨਵਾਂ ਸਕੈਂਡਲ 5400 ਕਰੋੜ ਰੁਪਏ ਦਾ ਰਾਸ਼ਨ, 5400 ਕਰੋੜ ਦਾ ਰਾਸ਼ਨ ਹੋਇਆ। ਕੋਈ ਗਰੀਬ ਨੂੰ ਕੇਜਰੀਵਾਲ ਨੇ ਜਾਂਚ ਦੇ ਆਰਡਰ ਦਿੱਤੇ ਨੇ 5400 ਕਰੋੜ ਦਾ। ਇਸ ਕਰਕੇ 5400 ਕਰੋੜ ਦਾ ਜਾਂਚ ਘਟਾਲਾ ਹੋਇਆ ਉੱਥੇ, ਰਾਸ਼ਨ ਘਟਾਲਾ ਜੋ ਸੈਂਟਰ ਗਵਰਨਮੈਂਟ ਨੇ ਦਿੱਲੀ ਭੇਜਿਆ। ਉਹ ਕਹਿ ਰਹੇ ਨੇ ਤੁਹਾਡੀ ਤੁਸੀਂ ਮੁਫਤ ਵਾਲੀਆਂ ਤਾਂ ਤੁਹਾਨੂੰ ਪੈਣੀ ਹੋਈ ਹੈ, ਕਿਉਂਕਿ ਤੁਸੀਂ ਮੁਫਤ ਹਰ ਚੀਜ਼ ਤਾਂ ਤੁਹਾਡੀ ਪਾਰਟੀ ਮੁਫਤ ਭਾਈਵਾਲੀ ਅਸੀਂ ਮੁੱਦੇ ਤੇ ਆਈਏ। ਭਾਈਵਾਲੀ ਤੁਹਾਡੀ ਅਸੀਂ ਕਿਸਾਨ ਲਈ ਖੜੇ ਆ। ਕਿਸਾਨ ਲਈ ਅਸੀਂ ਪਹਿਲੇ ਕਿ ਸਾਡਾ ਸਟੈਂਡ ਅੱਜ ਅਸੀਂ ਦੇਣ ਨੂੰ ਤਿਆਰ ਆ। ਅਸੀਂ ਤਾਂ ਆਪਣੀ ਗੱਦੀ ਤੁਸੀਂ ਬਚਾਈ ਬੈਠੇ। ਅਸੀਂ ਗੱਦੀ ਕੋਈ ਨਹੀਂ ਬਚਾਈ, ਅਸੀਂ ਤਾਂ ਕਿਸਾਨ ਲਈ ਖੜੇ ਆ। ਕਿਸਾਨ ਦਾ ਮੁਫਤ ਲੈ ਕੇ ਜਾਵਾਂਗੇ। ਜੇ ਕਿਸਾਨ ਦੇ ਕੋਈ ਆਂਚ ਆਂਦੀ ਆ, ਅਸੀਂ ਆਪਣੇ ਸਾਰੇ ਅਲਾਈਅੰਸ ਵੀ ਤੋੜਾਂਗੇ। 1600 ਕਿਸਾਨਾਂ ਨੇ ਤੁਹਾਡੇ ਰਾਜ ਖੁਸ਼ੀਆਂ ਕੀਤੀਆਂ। ਤੁਸੀਂ ਕਿਸਾਨ ਚਲੋ ਮੇਰੇ ਕੋਲ ਸਮਾਂ ਘੱਟ ਆ, ਹੁਣ ਵੀ ਮਰ ਰਿਹਾ। ਚਲੋ ਮੇਰੇ ਕੋਲ ਸਮਾਂ ਘੱਟ ਆ। ਕਿਸਾਨ ਮੇਰੇ ਕੋਲ ਸਮਾਂ ਘੱਟ ਆ। ਸੌਰੀ ਢਿੱਲੋਂ ਸਾਹਿਬ, ਮੇਰੇ ਕੋਲ ਸਮਾਂ ਘੱਟ ਆ। ਮੈਂ ਮਾਫੀ ਚਾਹਾਂਗਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇਹ ਵਾਕਈ ਜਿਹੜੀ ਚਰਚਾ ਹੈਗੀ ਬਹੁਤ ਲੰਬੀ ਚੱਲ ਸਕਦੀ ਹੈ ਔਰ ਰੋਜ਼ ਚੱਲ ਸਕਦੀ ਹੈ। ਉਨੀ ਚਰਚਾ 'ਚੋਂ ਹਜੇ ਅੱਜ ਸਾਡੇ 'ਚ ਇਹੀ ਪੈਨਲ 'ਚ ਸਿੱਟਾ ਹੀ ਨਿਕਲਿਆ ਵੀ ਸਮੇਂ ਦੀਆਂ ਸਰਕਾਰਾਂ ਅਗਰ ਸਮੇਂ ਸਿਰ ਸਮਝ ਜਾਂਦੀਆਂ ਤੇ ਸ਼ਾਇਦ ਇਹ ਅੱਜ ਦਿਨ ਨਾ ਦੇਖਣਾ ਪੈਂਦਾ ਜਿੱਦਾਂ 2015 ਚ ਦੇਖਣਾ ਪਿਆ। ਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਇਹ ਲੱਗਦਾ ਵੀ ਇਹ ਜਿਹੜਾ ਸਿੱਟ ਦੀ ਜਾਂਚ ਚੱਲ ਰਹੀ ਆ, ਜੇ ਸਮੇਂਬੱਧ ਹੋ ਕੇ ਸਮੇਂ ਸਿਰ ਇਹਦਾ ਰਿਜ਼ਲਟ ਆ ਜਾਵੇ ਤਾਂ ਸ਼ਾਇਦ ਲੋਕ ਇਹ ਸਮਝਣਗੇ ਵੀ ਸਰਕਾਰ ਜਿਹੜੀ ਅਸੀਂ ਬਣਾਈ ਆ ਉਹਨੇ ਸਾਨੂੰ ਕੋਈ ਨਾ ਕੋਈ ਹੱਲ ਲੱਭ ਕੇ ਦਿੱਤਾ ਔਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੋਨਾਂ ਦੇ ਵਿੱਚੋਂ ਸ਼ਾਇਦ ਕਿਤੇ ਨਾ ਕਿਤੇ ਕੋਈ ਐਸਾ ਸਮਾਂ ਆਏਗਾ ਜਦੋਂ ਇਹ ਸਿੱਟ ਦੀ ਜਾਂਚ ਸਾਰੀ ਜਨਤਕ ਹੋਏਗੀ। ਪਰ ਐਸੀ ਗੱਲ ਨਹੀਂ ਹੈ। ਜਦੋਂ ਸਰਕਾਰਾਂ ਬਣਦੀਆਂ ਤੇ ਆਪਣੇ ਜਿਹੜੇ ਉਹਨਾਂ ਨੇ ਮੈਨੀਫੈਸਟੋ ਰੱਖੇ ਹੁੰਦੇ ਉਹ ਵੀ ਪੂਰੇ ਕਰਨੇ ਪੈਂਦੇ ਔਰ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਔਰ ਕਾਨੂੰਨ ਵਿਵਸਥਾ ਨੂੰ ਵੀ ਜਿਹੜਾ ਹੈ ਉਹ ਦੇਖਣਾ ਪੈਂਦਾ। ਔਰ ਆਉਣ ਵਾਲੇ ਸਮਾਂ 'ਚ ਅਸੀਂ ਇਹੀ ਦੇਖਾਂਗੇ ਵੀ 2022 'ਚ ਕੀ ਉਸ ਤੋਂ ਪਹਿਲਾਂ ਇਹ ਬੇਅਦਬੀ ਦੇ ਮਾਮਲੇ ਹੱਲ ਹੁੰਦੇ ਆ ਜਾਂ ਫਿਰ 22 ਦੇ ਵਿੱਚ ਵੀ ਸਾਨੂੰ ਇਲੈਕਸ਼ਨਾਂ 'ਚ ਇਹੀ ਸਟੇਜਾਂ ਤੇ ਇਹੀ ਮੁੱਦੇ ਭੁੰਨਣ ਨੂੰ ਜਿੱਦਾਂ ਕਹਿੰਦੇ ਆ ਭੁਣਾਉਂਦੇ ਨੇ ਸਿਆਸੀ ਪਾਰਟੀਆਂ ਦੇਖਣ ਨੂੰ ਮਿਲਣਗੇ। ਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਕੋਲ ਵੀ ਔਰ ਦਰਸ਼ਕਾਂ ਤੋਂ ਵੀ ਇਹ ਪੁੱਛਣਾ ਚਾਹੁੰਦਾ ਵੀ ਹੋਣਾ ਕੀ ਚਾਹੀਦਾ ਵੀ ਕੀ ਇਹ ਜਾਂਚ ਜਿਹੜੀ ਹੈ ਰੋਜ਼ ਮੁੱਦਾ ਜਿਹੜਾ ਬੇਅਦਬੀ ਦਾ ਦੁਆਰਾ ਹੁਣ ਇਸ ਵੇਲੇ ਸਟੇਜਾਂ ਤੇ ਆ ਗਿਆ, ਸਿਆਸੀ ਜਿਹੜੇ ਗਲਿਆਰਿਆਂ ਵਿੱਚ ਹੁਣ ਇਸ ਵੇਲੇ ਬੋਲਣ ਲੱਗ ਗਿਆ ਤੇ ਉਹ ਹੋਣਾ ਚਾਹੀਦਾ ਸਮੇਂਬੱਧ ਕਿ ਨਹੀਂ ਹੋਣਾ ਚਾਹੀਦਾ। ਔਰ ਦੂਸਰਾ ਕਿਸਾਨੀ ਜਿਹੜੀ ਆਰਡੀਨੈਂਸ ਆ ਜਿਹੜੇ ਲਾਗੂ ਕੀਤੇ ਅੱਜ ਕਿਸਾਨ ਪਰੇਸ਼ਾਨ ਆ, ਖਾਸ ਕਰਕੇ ਅਕਾਲੀਆਂ ਨੇ ਕਹਿ ਦਿੱਤਾ ਚਾਹੇ ਉਹਨਾਂ ਦੀ ਭਾਈਵਾਲੀ ਸਰਕਾਰ ਕੇਂਦਰ ਸਰਕਾਰ ਹੈ ਉਹਦੇ ਵਿੱਚ ਵੀ ਉਹਨਾਂ ਦਾ ਇਸ ਵੇਲੇ ਕੀ ਜਿਹੜਾ ਹੈ ਪੱਖ ਹੋਣਾ ਚਾਹੀਦਾ ਕਿਉਂਕਿ ਸੁਖਬੀਰ ਬਾਦਲ ਨੇ ਕਹਿ ਦਿੱਤਾ ਵੀ ਅਸੀਂ ਤਾਂ ਜਿਉਣ ਮਰਨ ਦਾ ਵੀ ਜਿਹੜਾ ਹੈ ਅਸੀਂ ਕਿਸਾਨਾਂ ਦੇ ਨਾਲ ਆ। ਅਸੀਂ ਪੂਰੀ ਜਿਹੜੀ ਹੈ ਕਿਸਾਨਾਂ ਦੀ ਹਮਾਇਤ ਕਰਾਂਗੇ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪੜੇ ਕਿਉਂਕਿ ਪਿਛਲੇ ਦਿਨ ਹੀ ਕਹਿ ਦਿੱਤਾ ਸੀ ਵੀ ਅਸੀਂ ਕੁਰਬਾਨੀ ਜਿਹੜੀ ਹੈ ਛੱਡ ਵੀ ਸਕਦੇ। ਕੁਰਬਾਨੀ ਦਾ ਮਤਲਬ ਹੈ ਬੀਜੇਪੀ ਦਾ ਸਾਥ ਛੱਡ ਸਕਦਾ ਜੇ ਸਾਡੀ ਨਾ ਗੱਲ ਮੰਨੀ ਗਈ। ਚਲੋ ਇਹ ਚੈਲੰਜ ਵੀ ਹੈਗਾ ਕੇਂਦਰ ਸਰਕਾਰ ਨੂੰ, ਹੁਣ ਸੁਖਬੀਰ ਬਾਦਲ ਲਈ ਵੀ ਚੈਲੰਜ ਆ ਔਰ ਕਾਂਗਰਸ ਲਈ ਵੀ ਚੈਲੰਜ ਆ ਜੀ ਕਦੋਂ ਬੇਅਦਬੀ ਦਾ ਮਾਮਲਾ ਹੱਲ ਹੋਊਗਾ। ਇਹਨਾਂ ਸ਼ਬਦਾਂ ਨਾਲ ਹੀ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਦਰਸ਼ਕਾਂ ਤੋਂ ਵੀ ਮਾਫੀ ਮੰਗਦੇ ਆ। ਸਮਾਂ ਹੋ ਗਿਆ। ਰਾਜੇਸ਼ ਮਾਰਨ ਦੀ ਇਜਾਜ਼ਤ। ਸਤਿ ਸ਼੍ਰੀ ਅਕਾਲ।